ਸਤਿ ਸ੍ਰੀ ਅਕਾਲ ਜੀ। ਦ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 20 ਦਸੰਬਰ ਹੈ, ਦਿਨ ਮੰਗਲਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 5 ਪੋਹ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਾਂਗੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਅਗਲੇ 5 ਦਿਨ ਤੱਕ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਕੱਲ ਵੀ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਹੋਰ ਸੂਬਿਆਂ ਦੇ ਵਿੱਚ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਲੀਹੋਂ ਲੱਥਿਆ ਰਿਹਾ ਤੇ ਅੱਜ ਵੀ ਸੰਘਣੀ ਧੁੰਦ ਪਈ ਹੋਈ ਹੈ। ਤੁਸੀਂ ਅੱਜ ਦੀਆਂ ਤਸਵੀਰਾਂ ਦੇਖ ਸਕਦੇ ਹੋ। ਧੁੰਦ ਕਰਕੇ ਕਈ ਥਾਵਾਂ ਤੇ ਤਾਂ 150 ਮੀਟਰ ਤੋਂ ਵੱਧ ਦੂਰ ਦਿਖਾਈ ਹੀ ਨਹੀਂ ਦਿੰਦਾ, ਜਿਸ ਕਰਕੇ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਕੱਲ ਪ੍ਰਭਾਵਿਤ ਹੋਈ ਹੈ। ਅਗਲੇ 5 ਦਿਨਾਂ ਤੱਕ ਜਿਹੜੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਉਹਦੇ ਕਾਰਨ ਰੇਲ ਗੱਡੀਆਂ ਤੇ ਉਡਾਣਾਂ ਰੱਦ ਹੋ ਸਕਦੀਆਂ ਨੇ ਜਾਂ ਫਿਰ ਇਹਨਾਂ ਦੇ ਵਿੱਚ ਦੇਰੀ ਹੋ ਸਕਦੀ ਹੈ, ਲੇਟ ਹੋ ਸਕਦੀਆਂ ਨੇ। ਮੌਸਮ ਵਿਭਾਗ ਨੇ ਕਿਹਾ ਕਿ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਦੇ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਲੈ ਕੇ ਪੂਰਬੀ ਉੱਤਰ ਪ੍ਰਦੇਸ਼ ਤੱਕ ਸੰਘਣੀ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ। ਪੰਜਾਬ ਦੇ ਵਿੱਚ ਸੋਮਵਾਰ ਨੂੰ ਬਠਿੰਡਾ ਸਭ ਤੋਂ ਵੱਧ ਠੰਡਾ ਰਿਹਾ। ਅੰਮ੍ਰਿਤਸਰ ਦੇ ਵਿੱਚ ਵੀ ਘੱਟੋ-ਘੱਟ ਤਾਪਮਾਨ 5.5 ਡਿਗਰੀ ਅਤੇ ਬਠਿੰਡੇ ਦੇ ਵਿੱਚ ਤਾਂ 2.6 ਡਿਗਰੀ ਤਾਪਮਾਨ ਰਿਹਾ। ਇਸੇ ਤਰ੍ਹਾਂ ਹਰਿਆਣਾ ਦਾ ਹਿਸਾਰ ਸਭ ਤੋਂ ਵੱਧ ਠੰਡਾ ਰਿਹਾ। ਧੁੰਦ ਦਾ ਕਹਿਰ ਵਰਨਾ ਵੀ ਸ਼ੁਰੂ ਹੋ ਗਿਆ। ਨਾਭਾ ਤੋਂ ਖਬਰ ਹੈ, ਜਿੱਥੇ ਨਾਭਾ ਮਲੇਰਕੋਟਲਾ ਸੜਕ ਤੇ ਪਿੰਡ ਹਰੀਗੜ੍ਹ ਨੇੜੇ ਸੰਘਣੀ ਧੁੰਦ ਕਰਕੇ ਇੱਕ ਸੜਕ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਪੀੜਤਾਂ ਦੀ ਮਦਦ ਕਰਨ ਵਾਲੇ ਰਾਹਗੀਰਾਂ ਦੇ ਵਿੱਚ ਵੀ ਇੱਕ ਗੱਡੀ ਆ ਕੇ ਵੱਜੀ, ਜਿਸ ਕਰਕੇ 2 ਹੋਰ ਵਿਅਕਤੀ ਜ਼ਖਮੀ ਹੋ ਗਏ। ਦਰਅਸਲ ਸੜਕ ਦੇ ਇੱਕ ਪਾਸੇ ਗੰਨਿਆਂ ਨਾਲ ਭਰੀ ਇੱਕ ਟਰਾਲੀ ਖੜੀ ਸੀ, ਜਿਸ ਵਿੱਚ ਫਤਿਹਗੜ੍ਹ ਸਾਹਿਬ ਤੋਂ ਮਲੇਰਕੋਟਲਾ ਦੇ ਥਾਣਾ ਸੰਦੌੜ ਦੇ ਇਲਾਕੇ 'ਚ ਪੈਂਦੇ ਪਿੰਡ ਹਥਰਾਂਵਾਲ ਜਾ ਰਿਹਾ ਇੱਕ ਛੋਟਾ ਹਾਥੀ ਵੱਜਿਆ, ਜਿਹਦੇ ਵਿੱਚ 12 ਸ਼ਰਧਾਲੂ ਸਵਾਰ ਸਨ ਤੇ ਇਸ ਹਾਦਸੇ ਵਿੱਚ 3 ਜਣਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਤੇ ਮੰਡੀ ਗੋਬਿੰਦਗੜ੍ਹ GT ਰੋਡ ਤੇ ਸੰਘਣੀ ਧੁੰਦ ਕਰਕੇ ਲਗਭਗ 20 ਵਾਹਨ ਆਪਸ ਦੇ ਵਿੱਚ ਟਕਰਾ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਪੂਰਾ ਬਚਾ ਰਿਹਾ ਹੈ, ਪਰ ਕਈ ਵਿਅਕਤੀ ਮਾਮੂਲੀ ਤੌਰ ਤੇ ਜ਼ਖਮੀ ਹੋਏ ਨੇ। ਵਾਹਨ ਕਾਫੀ ਨੁਕਸਾਨੇ ਗਏ ਨੇ। ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਇਸੇ ਤਰ੍ਹਾਂ ਬਠਿੰਡਾ ਜ਼ੀਰਕਪੁਰ ਕੌਮੀ ਸ਼ਾਹਰਾਹ ਤੇ ਵੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਰੇਲਵੇ ਫਾਟਕ ਨੇੜੇ ਸੰਘਣੀ ਧੁੰਦ ਕਰਕੇ ਕੁਝ ਵਾਹਨ ਆਪਸ ਦੇ ਵਿੱਚ ਟਕਰਾ ਗਏ। ਸਭ ਤੋਂ ਵੱਡਾ ਤੇ ਭਿਆਨਕ ਹਾਦਸਾ ਫਾਜ਼ਿਲਕਾ ਉਪਮੰਡਲ ਦੇ ਪਿੰਡ ਖਰਾਸ ਵਾਲੀ ਢਾਣੀ ਨੇੜੇ ਵਾਪਰਿਆ ਹੈ। ਇੱਥੇ ਹਾਦਸੇ ਦੇ ਵਿੱਚ 3 ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ, ਪਿਤਾ ਜ਼ਖਮੀ ਹੋ ਗਿਆ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਪਿਤਾ ਸੁਲਤਾਨ ਸਿੰਘ ਨੇ ਦੱਸਿਆ ਕਿ ਉਹ ਲੰਘੀ ਸ਼ਾਮ ਕਰੀਬ 7:30 ਵਜੇ ਆਪਣੇ 3 ਬੱਚਿਆਂ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ, ਜਦੋਂ ਖਰਾਸ ਵਾਲੀ ਢਾਣੀ ਨੇੜੇ ਇੱਕ ਅਣਪਛਾਤੇ ਪਿਕਅਪ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਹਾਦਸੇ ਦੇ ਵਿੱਚ ਉਸ ਦੀਆਂ 3 ਧੀਆਂ, ਇੱਕ 9 ਸਾਲ ਦੀ, ਇੱਕ 7 ਸਾਲ ਦੀ ਤੇ ਇੱਕ 2 ਸਾਲ ਦੀ ਜ਼ਖਮੀ ਹੋ ਗਈਆਂ ਤੇ ਉਹ ਵੀ ਜ਼ਖਮੀ ਹੋ ਗਿਆ। ਰਾਹਗੀਰਾਂ ਨੇ 4 ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਪਹੁੰਚ ਕੇ ਸਭ ਤੋਂ ਪਹਿਲਾਂ 7 ਸਾਲ ਦੀ ਬੱਚੀ ਕੁਲਵਿੰਦਰ ਕੌਰ ਦੀ ਮੌਤ ਹੋ ਗਈ ਤੇ ਫਿਰ ਇਲਾਜ ਦੌਰਾਨ ਸਿਮਰਨਜੀਤ ਕੌਰ ਤੇ ਮੀਰਾ ਰਾਣੀ ਵੀ ਇਸ ਦੁਨੀਆ ਨੂੰ ਛੱਡ ਕੇ ਚਲੀਆਂ ਗਈਆਂ। ਅਸੀਂ ਜ਼ਰੂਰ ਅਪੀਲ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਨੂੰ, ਸਾਰੇ ਲੋਕਾਂ ਨੂੰ, ਕਿ ਇਸ ਧੁੰਦ ਦੇ ਮੌਸਮ ਵਿੱਚ ਜੇ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਤੜਕੇ ਆਥਣੇ ਜਦੋਂ ਬਹੁਤ ਸੰਘਣੀ ਧੁੰਦ ਹੁੰਦੀ ਹੈ ਉਦੋਂ ਨਾ ਨਿਕਲਿਆ ਕਰੋ। ਦਿਨ ਦੇ ਵਿੱਚ ਆਪਣੇ ਕੰਮ ਧੰਦੇ ਨਿਪਟਾ ਕੇ ਘਰੇ ਵਾਪਸ ਮੁੜ ਆਇਆ ਕਰੋ, ਕਿਉਂਕਿ ਚਿੱਟਾ ਹਨੇਰਾ ਕਾਫੀ ਖਤਰਨਾਕ ਹੁੰਦਾ ਹੈ। ਸੋਮਵਾਰ ਨੂੰ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਪੰਜਾਬੀ ਗਾਇਕਾਂ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ਤੇ ਛਾਪੇਮਾਰੀ ਕੀਤੀ। ਕੰਵਰ ਗਰੇਵਾਲ ਤੋਂ ਪੁੱਛ ਪੜਤਾਲ ਵੀ ਕੀਤੀ ਗਈ। ਗਰੇਵਾਲ ਦੇ ਬਠਿੰਡਾ ਦੇ ਪਿੰਡ ਮਹਿਮਾ ਵਿਚਲੇ ਘਰ ਵੀ ਟੀਮ ਪਹੁੰਚੀ ਹੈ। ਮੋਹਾਲੀ ਵਾਲਾ ਜਿਹੜਾ ਫਲੈਟ ਹੈ ਉੱਥੇ ਤਾਂ ਪੁੱਛ ਪੜਤਾਲ ਕੀਤੀ ਹੈ। ਇਸੇ ਤਰ੍ਹਾਂ ਬਟਾਲਾ ਦੇ ਵਿੱਚ ਰਣਜੀਤ ਬਾਵਾ ਦੇ ਘਰਾਂ 'ਚ ਟੀਮਾਂ ਪਹੁੰਚੀਆਂ, ਨਾਲ ਹੀ ਮੋਹਾਲੀ ਵਾਲੇ ਘਰ ਦੇ ਵਿੱਚ ਵੀ ਛਾਪਾ ਮਾਰਿਆ ਗਿਆ। ਉਧਰ ਵਿਜੀਲੈਂਸ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਨ ਸਿੰਘ ਚਾਹਲ ਨੂੰ ਘੇਰ ਲਿਆ ਹੈ। ਉਹਨਾਂ ਦੇ ਪਟਿਆਲਾ ਸਥਿਤ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਕੀਤੀ ਤੇ ਨਾਲ ਹੀ ਸਰਹੰਦ ਸਥਿਤ ਚਹਿਲ ਪਰਿਵਾਰ ਦੇ ਮੈਰਿਜ ਪੈਲੇਸ ਵੀ ਟੀਮ ਪਹੁੰਚੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ੋਂ ਪਰਤ ਆਏ ਨੇ। ਕਈ ਮਹੀਨਿਆਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣਾ ਮੁਖੜਾ ਦਿਖਾਇਆ ਹੈ।
ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ 18 ਟੋਲ ਪਲਾਜ਼ਿਆਂ ਤੇ ਲੱਗੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਲਗਾਤਾਰ ਜਾਰੀ ਨੇ ਅਤੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੋਈ ਹੈ ਕਿਉਂਕਿ ਇੱਥੇ ਇਹਨਾਂ ਟੋਲ ਪਲਾਜ਼ਿਆਂ ਤੋਂ ਪਰਚੀ ਨਹੀਂ ਕੱਟਣ ਦਿੱਤੀ ਜਾ ਰਹੀ। ਲੋਕਾਂ ਨੂੰ ਇਸੇ ਤਰ੍ਹਾਂ ਹੀ ਲੰਘਾਇਆ ਜਾ ਰਿਹਾ ਹੈ। ਕਿਸਾਨ ਲੀਡਰ ਕਹਿ ਰਹੇ ਨੇ ਕਿ ਅਸੀਂ ਟੋਲ ਪਲਾਜ਼ਿਆਂ ਰਾਹੀਂ ਲੋਕਾਂ ਦੀ ਦੋਹਰੀ ਲੁੱਟ ਨਹੀਂ ਹੋਣ ਦੇਵਾਂਗੇ। ਇਹ ਮੋਰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਲੱਗੇ ਹੋਏ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ੀਰਾ ਮੋਰਚੇ ਦੀ ਹਮਾਇਤ ਦੇ ਵਿੱਚ ਵੱਡਾ ਜਥਾ ਵੀ ਭੇਜਿਆ ਹੈ। ਮੰਗ ਕੀਤੀ ਹੈ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿ ਜ਼ੀਰਾ ਮੋਰਚੇ ਤੋਂ ਫੜੇ ਗਏ ਆਗੂ ਛੱਡ ਦਿੱਤੇ ਜਾਣ। ਅੰਦੋਲਨ ਦੇ ਖਿਲਾਫ ਜੇ ਸਰਕਾਰ ਭੁਗਤੇਗੀ ਤਾਂ ਸਰਕਾਰ ਵੀ ਤਿੱਖੇ ਨਤੀਜੇ ਭੁਗਤਣ ਦੇ ਲਈ ਤਿਆਰ ਰਹੇ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਵੀ ਕਿਸਾਨਾਂ ਤੇ ਹੋਏ ਜ਼ਬਰ ਅਤੇ ਫੜੋ-ਫੜੀ ਦੀ ਸਖਤ ਨਿੰਦਿਆ ਕੀਤੀ ਹੈ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਜ਼ੀਰਾ ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਧਰਨੇ ਨੂੰ ਉਖਾੜਨ ਦੇ ਲਈ ਧਰਨਿਆਂ ਵਿੱਚੋਂ ਨਿਕਲੀ ਪਾਰਟੀ ਦੀ ਸਰਕਾਰ ਹੀ ਪੱਬਾਂ ਭਾਰ ਹੋ ਗਈ ਹੈ। ਬਹਿਬਲ ਕਲਾਂ ਵਾਲੀ ਗਲਤੀ ਆਪ ਸਰਕਾਰ ਦੁਹਰਾਉਣ ਦੀ ਕਦੇ ਭੁੱਲ ਕੇ ਵੀ ਨਾ ਸੋਚੇ, ਨਹੀਂ ਤਾਂ ਇਸ ਸਰਕਾਰ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਪਹਿਲਾਂ ਵਾਲੀਆਂ ਸਰਕਾਰਾਂ ਦਾ ਹੋਇਆ। ਆਪ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਦੇ ਸਾਹਮਣੇ ਜਿਹੜਾ ਚੱਲ ਰਿਹਾ ਸਾਡਾ ਅੰਦੋਲਨ ਧਰਨਾ, ਉਹਨਾਂ ਲੋਕਾਂ ਵੱਲੋਂ ਲਗਾਤਾਰ ਲੜੀ ਜਾ ਰਹੀ ਲੜਾਈ ਨੂੰ ਸਰਕਾਰ ਉਖੇੜਨ ਦੇ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੋਈ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਹੈ, ਕੱਲ੍ਹ ਨੂੰ ਭੋਗ ਪਾਏ ਜਾਣੇ ਆ। ਸਾਡੀ ਅਪੀਲ ਹੈ ਕਿ ਇਸ ਮੋਰਚੇ ਨੂੰ ਮਜ਼ਬੂਤ ਕਰਨਾ ਹੈ। ਇਸ ਮੋਰਚੇ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ, ਇਹ 4 ਜ਼ਿਲ੍ਹਿਆਂ ਦੇ 5 ਜ਼ਿਲ੍ਹਿਆਂ ਦੇ ਲੋਕ ਸਾਡੇ ਕਿਸਾਨ, ਜਿਨ੍ਹਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ ਉਸ ਫੈਕਟਰੀ ਦੇ ਉੱਤੇ, ਮੌਕੇ ਦੇ ਉੱਤੇ, ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨੀ ਬਹੁਤ ਜ਼ਰੂਰੀ ਹੈ। ਇਹਨਾਂ 4 ਜ਼ਿਲ੍ਹਿਆਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਔਰ ਇਸੇ ਤਰ੍ਹਾਂ ਕੱਲ੍ਹ ਦਾ ਪ੍ਰੋਗਰਾਮ ਬਣਿਆ ਹੋਇਆ ਹੈ। ਜਲੰਧਰ ਦੇ ਵਿੱਚ ਮਾਰਚ ਕੱਢਿਆ ਜਾਣਾ। ਉਹ ਸਾਡੇ ਪੀੜਿਤ ਨੇ, ਜਿਨ੍ਹਾਂ ਦੇ ਮਕਾਨ ਢਾਏ ਗਏ ਨੇ, ਉਹਨਾਂ ਨੂੰ ਰਾਹਤ ਦਿਵਾਉਣ ਦੇ ਲਈ ਸਾਡਾ ਜਲੰਧਰ ਜ਼ਿਲ੍ਹਾ, ਸਾਡਾ ਲੁਧਿਆਣਾ ਜ਼ਿਲ੍ਹਾ ਤੇ ਸਾਡਾ ਗੁਰਦਾਸਪੁਰ ਜ਼ਿਲ੍ਹਾ, ਇਹ ਸਾਰੇ ਦੇ ਸਾਰੇ ਜ਼ਿਲ੍ਹੇ ਉੱਥੇ ਪਹੁੰਚਣਗੇ। ਜਲੰਧਰ 12 ਵਜੇ ਮਾਰਚ ਸ਼ੁਰੂ ਹੋਣਾ ਹੈ, ਉਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨਗੇ। ਆਪਾਂ ਹਜ਼ਾਰਾਂ ਦੀ ਗਿਣਤੀ 'ਚ ਜੀਰਾ ਫੈਕਟਰੀ ਦਾ ਕੱਲ੍ਹ ਨੂੰ ਇਕੱਠ ਦੇ ਵਿੱਚ ਸ਼ਮੂਲੀਅਤ ਕਰਨੀ ਹੈ। ਇਹ ਮੇਰੀ ਅਪੀਲ ਆ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ, ਜ਼ਿਲ੍ਹਾ ਜਨਰਲ ਸਕੱਤਰਾਂ ਨੂੰ, ਬਲਾਕ ਪ੍ਰਧਾਨ, ਬਲਾਕ ਜਨਰਲ ਸਕੱਤਰਾਂ ਨੂੰ ਕਿ ਸਾਰੇ ਦੇ ਸਾਰੇ ਵੀਰ ਤਨਦੇਹੀ ਦੇ ਨਾਲ ਹੁਣੇ ਤੋਂ ਆਪਣਾ ਜ਼ੋਰ ਲਾਉਣਾ ਸ਼ੁਰੂ ਕਰੋ ਤਾਂ ਕਿ ਕੱਲ੍ਹ ਨੂੰ ਤੁਹਾਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਉਸ ਮੋਰਚੇ ਦੇ ਵਿੱਚ ਪਹੁੰਚਣਾ ਚਾਹੀਦਾ ਹੈ। ਤੇ ਜ਼ੀਰਾ ਦੇ ਵਿੱਚ ਜਿਹੜੀ ਮਾਲਬਰੋਸ ਸ਼ਰਾਬ ਫੈਕਟਰੀ ਦੇ ਵਿੱਚੋਂ ਗੰਦਾ ਪਾਣੀ ਨਿਕਲ ਰਿਹਾ ਹੈ, ਪਾਣੀ ਨੂੰ ਜ਼ਹਿਰੀਲਾ ਕਰ ਰਿਹਾ ਹੈ ਧਰਤੀ ਹੇਠਲੇ ਨੂੰ, ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਵੀ ਗੂੰਜਿਆ ਹੈ। ਪਰ ਇਸ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨਹੀਂ ਲੈ ਕੇ ਗਏ ਸਦਨ ਦੇ ਵਿੱਚ। ਕਾਂਗਰਸ ਤੇ ਐਮਪੀ ਗੁਰਜੀਤ ਔਜਲਾ ਨੇ ਇਹ ਮੁੱਦਾ ਚੁੱਕਿਆ ਹੈ ਕਿ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਕਰਕੇ ਪੰਜਾਬ ਦੇ ਲੋਕ ਮਰ ਰਹੇ ਨੇ। ਔਜਲਾ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਸੰਸਦ ਮੈਂਬਰਾਂ ਦੀ ਇੱਕ ਕੇਂਦਰੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਸੋ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਸ਼ਰਾਬ ਫੈਕਟਰੀ ਦੇ ਬਾਹਰ ਮੋਰਚਾ ਹੋਰ ਭਖਦਾ ਜਾ ਰਿਹਾ ਹੈ। ਲੋਕਾਂ ਦੀ ਗਿਣਤੀ ਇੱਥੇ ਵੱਧਦੀ ਜਾ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇੱਕ ਵੱਡੇ ਅੰਦੋਲਨ ਦਾ ਰੂਪ ਲੈ ਸਕਦਾ ਹੈ। ਤੇ ਅੱਜ 20 ਦਸੰਬਰ ਵੀ ਹੈ। ਅੱਜ ਇਸ ਮਸਲੇ ਤੇ ਅਦਾਲਤ ਦੇ ਵਿੱਚ ਸੁਣਵਾਈ ਵੀ ਹੋਣੀ ਹੈ। ਸਰਕਾਰ ਨੂੰ ਅਦਾਲਤ ਨੇ ਆਦੇਸ਼ ਦਿੱਤੇ ਸੀ ਕਿ 20 ਤੋਂ ਪਹਿਲਾਂ ਲੋਕਾਂ ਨੂੰ ਹਟਾ ਦਿਓ, ਪਰ ਇਹ ਮਸਲਾ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਸਰਕਾਰ ਵੀ ਜਿਹੜੇ ਮਰਦੇ ਲੋਕ ਧਰਨਿਆਂ ਤੇ ਬੈਠੇ ਨੇ, ਇਹਨਾਂ ਨੂੰ ਹਟਾ ਨਹੀਂ ਸਕੀ ਹੈ। ਟਰੈਕਟਰ ਟੂ ਟਵਿੱਟਰ ਨੇ ਸਰਕਾਰਾਂ ਤੇ ਅਦਾਲਤਾਂ ਨੂੰ ਨਿਹੋਰਾ ਮਾਰਦਿਆਂ ਲਿਖਿਆ, ਬੋਰਾਂ ਵਿੱਚੋਂ ਲਾਣ ਨਿਕਲ ਰਹੀ ਹੈ, ਬਾਕੀ ਸਭ ਠੀਕ ਹੈ। ਗੰਦਾ ਪਾਣੀ ਕੈਂਸਰ ਫੈਲਾ ਰਿਹਾ ਹੈ, ਬਾਕੀ ਸਭ ਠੀਕ ਹੈ। ਫੈਕਟਰੀ ਦੀ ਕਾਲੀ ਸਵਾਹ ਪਸ਼ੂ ਮਾਰ ਰਹੀ ਹੈ, ਬਾਕੀ ਸਭ ਠੀਕ ਹੈ। ਲੋਕਾਂ ਦੀਆਂ ਕਿਡਨੀਆਂ ਹੀ ਫੇਲ ਹੋ ਰਹੀਆਂ ਨੇ, ਬਾਕੀ ਸਭ ਤਾਂ ਠੀਕ ਹੈ। ਹਾਂਜੀ, ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਬਸ 40 ਕੁ ਪਿੰਡ ਖਤਮ ਹੋਣ ਕਿਨਾਰੇ ਨੇ, ਬਾਕੀ ਸਭ ਤਾਂ ਠੀਕ ਹੀ ਹੈ। ਇਸ ਟਵੀਟ ਦੇ ਨਾਲ ਸਾਂਝੀ ਕੀਤੀ ਤਸਵੀਰ ਦੇ ਵਿੱਚੋਂ ਜੋ ਜ਼ਹਿਰ ਨਿਕਲ ਰਿਹਾ ਹੈ ਧਰਤੀ ਹੇਠਲੇ ਪਾਣੀ ਚੋਂ, ਉਹ ਤੁਸੀਂ ਦੇਖ ਹੀ ਸਕਦੇ ਹੋ।
ਤੇ ਇਸ ਧਰਨੇ ਦੀ ਮਜ਼ਬੂਤੀ ਦੇ ਲਈ ਪੰਜਾਬ ਭਰ ਚੋਂ ਲੋਕ ਪਹੁੰਚ ਰਹੇ ਨੇ। ਕੱਲ ਉਗਰਾਹਾਂ ਜਥੇਬੰਦੀ ਦੀ ਅਗਵਾਈ ਦੇ ਵਿੱਚ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ। ਇਹਨਾਂ ਨੇ ਪੁਲਿਸ ਦੇ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ, ਕਿਉਂਕਿ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ। ਪੁਲਿਸ ਤੇ ਧਰਨਾਕਾਰੀਆਂ ਦੇ ਵਿਚਾਲੇ ਝੜਪ ਵੀ ਹੋਈ, ਪਰ ਬੈਰੀਕੇਡ ਤੋੜ ਕੇ ਇਹ ਧਰਨੇ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਹੀ ਗਏ। ਇਸ ਦਰਮਿਆਨ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਸਥਾਨਕ ਕੌਮੀ ਮਾਰਗ ਨੰਬਰ 54 ਨੂੰ ਜਾਮ ਕਰਨ ਤੇ ਇੱਥੇ ਲਾਈ ਗਈ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵੱਡੀ ਗਿਣਤੀ ਧਰਨਾਕਾਰੀਆਂ ਦੇ ਵਿਰੁੱਧ ਕੇਸ ਵੀ ਦਰਜ ਕੀਤਾ। ਕੁੱਲ 33 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕਈਆਂ ਦੇ ਖਿਲਾਫ ਬਾਈ ਨੇਮ ਤੇ ਕਈ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਕਈਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਤੇ ਕਈਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਬਹਿਬਲ ਕਲਾਂ ਮੋਰਚੇ ਦੀ ਗੱਲ ਕਰ ਲੈਂਦੇ ਹਾਂ, ਜਿੱਥੇ ਭਾਵੁਕ ਹੋਏ ਨੌਜਵਾਨ ਸੁਖਰਾਜ ਸਿੰਘ ਨੇ ਆਪਣੇ ਭਰਾ ਪ੍ਰਭਦੀਪ ਨੂੰ ਤਰਸ ਦੇ ਆਧਾਰ ਤੇ ਜਿਹੜੀ ਸਰਕਾਰੀ ਨੌਕਰੀ ਮਿਲੀ ਸੀ ਉਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ 7 ਜਨਵਰੀ ਨੂੰ ਆਰ-ਪਾਰ ਦੀ ਲੜਾਈ ਦਾ ਵੀ ਸੁਖਰਾਜ ਨੇ ਐਲਾਨ ਕਰ ਦਿੱਤਾ ਹੈ। ਦਰਅਸਲ ਸੁਖਰਾਜ ਦੇ ਭਰਾ ਪ੍ਰਭਦੀਪ ਸਿੰਘ ਨੂੰ ਆਪਣੇ ਪਿਤਾ ਦੇ ਕਤਲ ਤੋਂ ਬਾਅਦ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਮਿਲੀ ਸੀ, ਪਰ ਰੋਸ ਵਜੋਂ ਇਸ ਨੌਕਰੀ ਨੂੰ ਛੱਡ ਦਿੱਤਾ ਗਿਆ ਹੈ। ਪ੍ਰਭਦੀਪ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਕਲਾਂ ਦੇ ਵਿੱਚ ਨੌਕਰੀ ਮਿਲੀ ਸੀ। ਦੋਵਾਂ ਭਰਾਵਾਂ ਨੇ ਕਿਹਾ ਕਿ ਸਾਨੂੰ ਸਰਕਾਰ ਤੋਂ ਸਿਰਫ ਆਪਣੇ ਪਿਤਾ ਦੇ ਕਤਲ ਦਾ ਇਨਸਾਫ ਚਾਹੀਦਾ ਹੈ, ਹੋਰ ਕੁਝ ਨਹੀਂ ਚਾਹੀਦਾ। ਭਾਵੁਕ ਹੋਏ ਸੁਖਰਾਜ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਆਪਣੇ ਪਿਤਾ ਦੀ ਲੜਾਈ ਖੁਦ ਹੀ ਲੜ ਲਵਾਂਗਾ, ਪਰ ਮੇਰੇ ਤੇ ਇਹ ਇਲਜ਼ਾਮ ਨਾ ਲਾਓ ਕਿ ਮੋਰਚਾ ਜਿਹੜਾ ਉਹ ਇੱਥੇ ਕਿਸੇ ਫਾਇਦੇ ਦੇ ਲਈ ਲਾਇਆ ਗਿਆ ਹੈ। ਤੇ ਨਾਲ ਹੀ ਇੱਕ ਹੋਰ ਵੀ ਵੱਡਾ ਐਲਾਨ ਕੀਤਾ ਗਿਆ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੌਮੀ ਸ਼ਾਹਰਾਹ ਨੂੰ ਜਾਮ ਕੀਤਾ ਗਿਆ ਸੀ। ਇੱਕ ਰਾਹ ਤਾਂ ਪਹਿਲਾਂ ਹੀ ਖੋਲ ਦਿੱਤਾ ਗਿਆ ਸੀ 7 ਜਨਵਰੀ ਤੱਕ ਸ਼ਹੀਦੀ ਜੋੜ ਮੇਲ ਕਰਕੇ, ਤੇ ਦੂਸਰੇ ਰਾਹ ਨੂੰ ਵੀ ਹੁਣ ਧੁੰਦ ਕਰਕੇ ਖੋਲ ਦਿੱਤਾ ਗਿਆ, ਕਿਉਂਕਿ ਧੁੰਦ ਪਈ ਹੋਣ ਕਰਕੇ ਹਾਦਸੇ ਵਧਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਹੁਣ ਗੱਲ ਲਤੀਫਪੁਰਾ ਉਜਾੜੇ ਦੀ ਕਰਾਂਗੇ। ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਵਿੱਚ ਉਜਾੜੇ ਗਏ ਲੋਕ ਹਾਲੇ ਵੀ ਬੇਘਰ ਹੋਏ ਬੈਠੇ ਨੇ, ਬਿਨਾਂ ਛੱਤਾਂ ਤੋਂ ਬੈਠੇ ਨੇ। ਕੜਾਕੇ ਦੀਆਂ ਜਿਹੜੀਆਂ ਠੰਡੀਆਂ ਰਾਤਾਂ ਨੇ ਉਹ ਬਹੁਤ ਲੰਬੀਆਂ ਇਹਨਾਂ ਲੋਕਾਂ ਦੇ ਲਈ ਨਿਕਲ ਰਹੀਆਂ ਨੇ। ਕੱਲ ਇਸ ਉਜਾੜੇ ਦੇ ਵਿਰੁੱਧ ਇਹਨਾਂ ਪੀੜਤ ਲੋਕਾਂ ਦੇ ਨਾਲ-ਨਾਲ ਪੰਜਾਬ ਤੋਂ ਪਹੁੰਚੀਆਂ ਵੱਖ-ਵੱਖ ਕਿਸਾਨ ਤੇ ਜਮਹੂਰੀ ਜਥੇਬੰਦੀਆਂ ਨੇ ਮਿਲ ਕੇ ਜਲੰਧਰ ਸ਼ਹਿਰ ਦੇ ਵਿੱਚ ਵੱਡਾ ਰੋਸ ਮਾਰਚ ਕੱਢਿਆ। ਇਸ ਤੋਂ ਪਹਿਲਾਂ ਉਜਾੜਾ ਪੀੜਤ ਪਰਿਵਾਰਾਂ ਤੇ ਜਮਹੂਰੀ ਸ਼ਖਸੀਅਤਾਂ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਕੱਠੇ ਹੋ ਕੇ ਰੈਲੀ ਕੀਤੀ। ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਪੀੜਤ ਪਰਿਵਾਰ ਨੇ ਜਿਹੜੇ ਇਸ ਉਜਾੜੇ ਦੇ ਖਾਸ ਤੌਰ ਤੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ, ਜਿਸ ਦੇ ਵਿੱਚ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਉਹਨਾਂ ਦੀ ਮੰਗ ਮੁਤਾਬਿਕ ਉਸੇ ਜਗ੍ਹਾ ਤੇ ਮੁੜ ਆਬਾਦ ਕੀਤਾ ਜਾਵੇ ਲਤੀਫਪੁਰਾ ਦੇ ਵਿੱਚ ਜਿੱਥੋਂ ਉਜਾੜਿਆ ਗਿਆ ਹੈ। ਸਰਕਾਰ ਲੋਕਾਂ ਨੂੰ ਖੁਦ ਘਰ ਬਣਾ ਕੇ ਦੇਵੇ, ਕਿਉਂਕਿ ਬੁਲਡੋਜ਼ਰ ਚਲਾ ਕੇ ਢਾਹੇ ਗਏ ਨੇ। ਉਹਨਾਂ ਦੇ ਘਰੇਲੂ ਸਮਾਨ ਦੀ ਸਾਰੀ ਭਰਪਾਈ ਕੀਤੀ ਜਾਵੇ। ਲੋਕਾਂ ਦੇ ਰਹਿਣ ਦਾ ਫੌਰੀ ਆਰਜ਼ੀ ਪ੍ਰਬੰਧ ਕੀਤਾ ਜਾਵੇ ਤੇ ਅਪਸ਼ਬਦ ਬੋਲਣ ਵਾਲੇ ਪੁਲਿਸ ਅਧਿਕਾਰੀ ਜਸਕਰਨਜੀਤ ਸਿੰਘ ਤੇਜੇ ਨੂੰ ਬਰਖਾਸਤ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਤੋਂ ਮੰਗ ਪੱਤਰ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਆ ਕੇ ਲਿਆ ਹੈ ਤੇ ਭਰੋਸਾ ਦਿਵਾਇਆ ਕਿ ਉਹ ਡੀਸੀ ਰਾਹੀਂ ਇਹ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਦਾ ਕਰਨਗੇ। ਇਹਨਾਂ ਜਥੇਬੰਦੀਆਂ ਨੇ ਵੀ ਜ਼ੀਰਾ ਫੈਕਟਰੀ ਦੇ ਮੂਹਰੇ ਬੈਠੇ ਲੋਕਾਂ ਨੂੰ ਜਬਰੀ ਉਠਾਉਣ, ਲਾਠੀਚਾਰਜ ਕਰਨ ਤੇ ਉਹਨਾਂ ਵਿਰੁੱਧ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਕੱਲ ਪੀੜਤ ਪਰਿਵਾਰਾਂ ਦੇ ਕੋਲ ਲਤੀਫਪੁਰਾ ਦੇ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਪਹੁੰਚੇ। ਉਹਨਾਂ ਦੇ ਨਾਲ ਪੰਜਾਬ ਬੀਜੇਪੀ ਦੇ ਕਈ ਲੀਡਰ ਵੀ ਮੌਜੂਦ ਸਨ। ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੀਤਾ ਹੈ ਉਹ ਬਹੁਤ ਗਲਤ ਕੀਤਾ ਹੈ। ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਹੈ। ਇਸ ਘਟਨਾ ਦੀ ਨਿਖੇਧੀ ਕਰਦਿਆਂ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਜੜੇ ਹੋਏ ਲੋਕਾਂ ਨੂੰ ਇੱਥੇ ਮੁੜ ਵਸਾਇਆ ਜਾਵੇ ਤੇ ਸਰਕਾਰ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਇਲਾਕੇ ਦੀ ਨਿਸ਼ਾਨਦੇਹੀ ਵੀ ਕਰਵਾ ਲੈਣੀ ਚਾਹੀਦੀ ਸੀ, ਤਾਂ ਕਿ ਜੇ ਕੋਈ ਇੱਥੋਂ ਜਾਣਾ ਚਾਹੁੰਦਾ ਸੀ ਤਾਂ ਸਰਕਾਰ ਉਸ ਨੂੰ ਪ੍ਰਬੰਧ ਕਰਕੇ ਦਿੰਦੀ, ਇਸ ਤਰ੍ਹਾਂ ਲੋਕਾਂ ਦੇ ਘਰ ਢਾਹ ਕੇ ਨੁਕਸਾਨ ਨਾ ਕਰਦੀ। ਇਹਨਾਂ ਪਰਿਵਾਰਾਂ ਦਾ ਸੰਤਾਪ ਇਹ ਹੈ ਕਿ 47 ਦੇ ਵਿੱਚ ਇਹ ਪਾਕਿਸਤਾਨ ਦੇ ਕਈ ਇਲਾਕਿਆਂ 'ਚੋਂ ਉੱਜੜ ਕੇ ਇੱਥੇ ਆ ਕੇ ਵਸੇ ਸਨ ਤੇ ਹੁਣ 75 ਸਾਲਾਂ ਬਾਅਦ ਇਹਨਾਂ ਨੂੰ ਮੁੜ ਉਜਾੜ ਦਿੱਤਾ ਗਿਆ। ਸੰਗਰੂਰ ਦੇ ਮਸਤੂਆਣਾ ਸਾਹਿਬ 'ਚ ਬਣਨ ਵਾਲੇ ਮੈਡੀਕਲ ਕਾਲਜ ਦੇ ਲਈ ਪੰਜਾਬ ਸਰਕਾਰ ਦੇ ਨਾਮ ਹੋਈ ਜ਼ਮੀਨ ਦੇ ਮਾਮਲੇ ਵਿੱਚ ਡੀਸੀ ਦਫ਼ਤਰ ਮੂਹਰੇ ਪਿਛਲੇ ਹਫ਼ਤੇ ਤੋਂ ਚੱਲ ਰਹੇ ਰੋਸ ਧਰਨੇ ਦੇ ਵਿੱਚ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋ ਗਏ ਨੇ ਤੇ ਸੰਘਰਸ਼ ਦੀ ਵਾਗਡੋਰ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਅਕਾਲੀ ਦਲ ਨੇ ਫੈਸਲਾ ਲਿਆ ਕਿ ਰੋਜ਼ਾਨਾ ਇੱਕ ਵਿਧਾਨ ਸਭਾ ਹਲਕੇ ਦੇ ਪਾਰਟੀ ਵਰਕਰ ਇਸ ਰੋਸ ਧਰਨੇ ਦੇ ਵਿੱਚ ਸ਼ਾਮਿਲ ਹੋਣਗੇ ਤੇ ਅਜਿਹਾ ਹੋਣ ਤੋਂ ਬਾਅਦ ਹੁਣ ਮੈਡੀਕਲ ਕਾਲਜ ਦੇ ਮਸਲੇ ਕਰਕੇ ਦੋ ਅਕਾਲੀ ਧਿਰਾਂ ਦੀਆਂ ਦੂਰੀਆਂ ਵੀ ਘਟਣ ਲੱਗੀਆਂ ਨੇ। ਦੋਵੇਂ ਅਕਾਲੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਇੱਕੋ ਮੰਤਵ ਲਈ ਦਿੱਤੇ ਧਰਨੇ ਵਿੱਚ ਇਕੱਠੇ ਹੋਏ ਨੇ।
ਇਹ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਲੱਗਿਆ ਹੋਇਆ ਹੈ। ਪੰਜਾਬ ਸਰਕਾਰ ਦੇ ਨਾਮ ਹੋਈ ਗੁਰੂ ਘਰ ਦੀ ਜ਼ਮੀਨ ਦੀ ਰਜਿਸਟਰੀ ਰੱਦ ਕਰਨ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਸੰਗਰੂਰ ਤੋਂ ਹੀ ਅਗਲੀ ਖਬਰ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ 41 ਮਾਸਟਰ ਕੇਡਰ ਭਰਤੀ ਦੇ ਉਮੀਦਵਾਰਾਂ ਤੇ ਪੁਲਿਸ ਦੇ ਵਿਚਾਲੇ ਖਿੱਚਤੂ ਹੋਈ ਹੈ। ਪੁਲਿਸ ਵੱਲੋਂ ਰੋਕੇ ਜਾਣ ਤੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਸੜਕ ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਾ ਦਿੱਤਾ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਹਨਾਂ ਦੀ ਮੰਗ ਹੈ ਕਿ ਤਰੁੱਟੀਆਂ ਦੂਰ ਕਰਕੇ ਅਧਿਆਪਕ ਭਰਤੀ ਮੁਕੰਮਲ ਕੀਤੀ ਜਾਵੇ। ਪ੍ਰਸ਼ਾਸਨ ਨੇ ਫਿਰ ਧਰਨਾਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਭਰੋਸਾ ਦਿਵਾਇਆ ਹੈ ਕਿ ਮੀਟਿੰਗ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ। ਸਾਬਕਾ ਅਕਾਲੀ ਲੀਡਰ ਤੇ ਤਨਖਾਹੀਏ ਸੁੱਚਾ ਸਿੰਘ ਲੰਗਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਤਨਖਾਹ ਨੂੰ ਪੂਰਾ ਕਰ ਲਿਆ ਹੈ। 1 ਮਹੀਨਾ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹਨਾਂ ਨੂੰ ਸਜ਼ਾ ਲਾਈ ਗਈ ਸੀ। ਕੱਲ ਲੰਗਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਾਰਾਂ ਗਾਇਨ ਕਰ ਰਹੇ ਢਾਡੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੇ ਆਦੇਸ਼ ਮੁਤਾਬਿਕ 5100 ਰੁਪਏ ਭੇਂਟ ਕੀਤੇ ਅਤੇ ਫਿਰ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕਰਵਾਈ। ਲੰਗਾ ਨੂੰ ਜਦੋਂ ਸਜ਼ਾ ਲਾਈ ਗਈ ਸੀ ਤਾਂ ਵਿਰੋਧੀ ਪਾਰਟੀਆਂ ਦੇ ਨਾਲ ਅਕਾਲੀ ਦਲ ਪਾਰਟੀ ਦੇ ਵੀ ਕਈ ਲੀਡਰਾਂ ਦੇ ਵੱਲੋਂ ਜਥੇਦਾਰ ਦੇ ਇਸ ਫੈਸਲੇ ਤੇ ਸਵਾਲ ਚੁੱਕੇ ਗਏ ਸਨ। ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਗੂੜੀ ਸੰਗਰ ਤੋਂ 9 ਮਹੀਨੇ ਪਹਿਲਾਂ ਅਗਵਾ ਕੀਤੇ ਹੋਏ ਨੌਜਵਾਨ ਨਿਰਮਲ ਸਿੰਘ ਦਾ ਪਿੰਜਰ ਦੋਦਾ ਕੋਲੋਂ ਲੰਘਦੇ ਚੰਦਭਾਨ ਸੇਮ ਨਾਲੇ ਚੋਂ ਮਿਲਿਆ ਹੈ। ਤੇ ਵੱਡੀ ਗੱਲ ਇਹ ਹੈ ਕਿ ਲੰਘੇ ਦਿਨੀ ਕੋਟਭਾਈ ਦੇ ਹਰਮਨਜੀਤ ਸਿੰਘ ਦਾ ਕਤਲ ਕਰਨ ਵਾਲਿਆਂ ਨੇ ਹੀ ਨਿਰਮਲ ਸਿੰਘ ਨੂੰ ਅਗਵਾ ਕੀਤਾ ਸੀ। ਕੋਟਭਾਈ ਅਗਵਾ ਕਾਂਡ ਵਿੱਚ ਫੜੇ ਗਏ ਮੁਲਜ਼ਮ ਮਲਕੀਤ ਸਿੰਘ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਹੈ ਕਿ ਉਸ ਦਾ ਸਾਥੀ ਨਵਜੋਤ ਸਿੰਘ ਪੀੜਤ ਨਿਰਮਲ ਸਿੰਘ ਦੀ ਮਾਂ ਦੀ ਮਾਸੀ ਦਾ ਮੁੰਡਾ ਯਾਨੀ ਕਿ ਪੀੜਤ ਦਾ ਮਾਮਾ ਹੀ ਹੈ। ਉਹ ਨਿਰਮਲ ਨੂੰ ਲੰਘੇ 19 ਮਾਰਚ ਨੂੰ ਇਸੇ ਸਾਲ 19 ਮਾਰਚ ਨੂੰ ਘਰੋਂ ਕਰੀਬ 6:15 ਵਜੇ ਲੈ ਗਿਆ ਸੀ ਤੇ ਸਾਥੀਆਂ ਦੀ ਮਦਦ ਨਾਲ ਉਸੇ ਸ਼ਾਮ ਨੂੰ ਉਸਨੇ ਭਾਣਜੇ ਦਾ ਕਤਲ ਕਰਕੇ ਉਹਨੂੰ ਚੰਦਭਾਨ ਸੇਮ ਨਾਲੇ ਦੇ ਵਿੱਚ ਸੁੱਟ ਦਿੱਤਾ ਸੀ ਤੇ ਹੁਣ ਕੋਟਭਾਈ ਦੇ ਹਰਮਨਜੀਤ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿੱਚ ਫੜੇ ਗਏ ਮੁਲਜ਼ਮਾਂ ਤੋਂ ਹੀ ਇਹ ਸਾਰਾ ਖੁਲਾਸਾ ਹੋਇਆ ਹੈ। ਇਸ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨਿਰਮਲ ਸਿੰਘ ਦਾ ਪਿੰਜਰ, ਉਸ ਦਾ ਇੱਕ ਬੂਟ, ਅੰਦਰੂਨੀ ਕੱਪੜਿਆਂ ਦਾ ਟੁਕੜਾ, ਇੱਕ ਗੰਡਾਸੀ ਤੇ ਰੱਸੀ ਆਦਿ ਬਰਾਮਦ ਕੀਤੇ ਨੇ। ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੂਬੇ ਦੇ ਵਿੱਚ ਜਬਰੀ ਧਰਮ ਪਰਿਵਰਤਨ ਰੋਕੂ ਐਕਟ 2022 ਨੂੰ ਲਾਗੂ ਕਰ ਦਿੱਤਾ ਹੈ। ਹੁਣ ਤੋਂ ਸੂਬੇ ਦੇ ਵਿੱਚ ਜਬਰੀ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਸਕੇਗਾ। ਅਜਿਹਾ ਕਰਨ ਵਾਲੇ ਨੂੰ 10 ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਹੋਵੇਗਾ। ਹਰਿਆਣਾ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ TVSN ਪ੍ਰਸਾਦ ਨੇ ਜਬਰੀ ਧਰਮ ਪਰਿਵਰਤਨ ਰੋਕੂ ਐਕਟ 2022 ਦੇ ਨਿਯਮਾਂ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇਆ ਦੀ ਪ੍ਰਵਾਨਗੀ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਰਿਆਣਾ ਦੀ ਸਿੱਖ ਸਿਆਸਤ ਦੀ ਗੱਲ ਕਰ ਲਈਏ ਤਾਂ ਇੱਥੇ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਲਗਾਤਾਰ ਪ੍ਰਬੰਧਕ ਕਮੇਟੀ ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ। ਕੱਲ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਆਪਣੇ ਸਾਥੀਆਂ ਸਮੇਤ ਤਲਵੰਡੀ ਸਾਬੋ ਪਹੁੰਚੇ, ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹਨਾਂ ਨੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਜਥੇਦਾਰ ਨੂੰ ਦੱਸਿਆ ਹੈ ਕਿ ਹਰਿਆਣੇ ਦੀ ਪ੍ਰਬੰਧਕੀ ਕਮੇਟੀ ਦੀ ਲੜਾਈ ਕਰੀਬ 22 ਵਰ੍ਹੇ ਪਹਿਲਾਂ ਹਰਿਆਣਾ ਦੇ ਸਿੱਖਾਂ ਦੇ ਸਵੈ ਮਾਣ ਦੇ ਲਈ ਉਹਨਾਂ ਨੇ ਖੁਦ ਸ਼ੁਰੂ ਕੀਤੀ ਸੀ, ਪਰ ਹੁਣ ਜਦੋਂ ਅਦਾਲਤੀ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ ਤਾਂ ਕੁਝ ਅਜਿਹੇ ਲੀਡਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਨੇ ਪਹਿਲਾਂ ਕਦੇ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਤੱਕ ਨਹੀਂ ਪਾਇਆ ਤੇ ਹੁਣ ਸਰਕਾਰ ਉਹਨਾਂ ਦੇ ਹੱਥ ਵਿੱਚ ਕਮੇਟੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਝੀਂਡਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਾਰਗਦਰਸ਼ਕ ਦੀ ਭੂਮਿਕਾ ਅਦਾ ਕਰਨ, ਕਿਉਂਕਿ ਸਿੱਖ ਚਾਹੇ ਕਿਤੋਂ ਵੀ ਹੋਣ, ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਲਈ ਸੁਪਰੀਮ ਹੈ। ਝੀਂਡਾ ਨੇ ਅਪੀਲ ਕੀਤੀ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦੇ ਲਈ ਕਮੇਟੀ ਸੰਗਤ ਹੀ ਚੁਣੇ, ਨਾ ਕਿ RSS ਦੀ ਅਗਵਾਈ ਵਾਲੀ ਸਰਕਾਰ ਅਤੇ RSS ਦੀ ਸ਼ਹਿ ਹੇਠ ਕੰਮ ਕਰਦੇ ਸਿੱਖ ਲੀਡਰ। ਤੇ ਬੀਜੇਪੀ ਤੇ ਜੇਜੇਪੀ ਗੱਠਜੋੜ ਸਰਕਾਰ ਦੇ ਵੱਲੋਂ ਜਿਹੜੀ ਹਾਲ ਹੀ ਦੇ ਵਿੱਚ ਗਠਿਤ ਕੀਤੀ ਗਈ ਹੈ 38 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਹ ਮਾਮਲਾ ਹੁਣ ਜ਼ੋਰ ਵੀ ਫੜਦਾ ਜਾ ਰਿਹਾ ਹੈ, ਵਿਰੋਧ ਹੁੰਦਾ ਜਾ ਰਿਹਾ ਹੈ ਤੇ ਕਮੇਟੀ ਦੇ ਵਿੱਚ ਗੈਰ ਅੰਮ੍ਰਿਤਧਾਰੀ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਹੋ ਰਿਹਾ ਹੈ ਤੇ ਜਿਹੜੇ ਪਿਛਲੇ 20 ਸਾਲਾਂ ਤੋਂ ਸੰਘਰਸ਼ ਕਰ ਰਹੇ ਮੈਂਬਰ ਸਨ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਕਰਕੇ ਇੱਥੇ ਮਾਹੌਲ ਭਖਣ ਦੇ ਪੂਰੇ ਆਸਾਰ ਨੇ। ਇਸੇ ਕਰਕੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਪੁਰਾਣੀ ਸੀ ਉਹਦੇ ਅੱਧੀ ਦਰਜਨ ਮੈਂਬਰਾਂ ਨੇ ਕੱਲ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ 6ਵੀਂ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਸੂਬਾ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ। ਪੁਰਾਣੀ ਕਮੇਟੀ ਦੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਭਾਟੀ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਜਿਹੜੀ ਉਹਦੇ ਵਿੱਚ 10 ਅਜਿਹੇ ਮੈਂਬਰ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਏ ਨੇ। ਅੰਮ੍ਰਿਤਧਾਰੀ ਹੋਣਾ ਤਾਂ ਦੂਰ ਦੀ ਗੱਲ, ਕਹਿੰਦੇ ਉਹ ਸਿੱਖ ਵੀ ਨਹੀਂ ਹਨ ਤੇ ਇਹਨਾਂ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਭ੍ਰਿਸ਼ਟਾਚਾਰ ਅਤੇ ਇਤਰਾਜ਼ਯੋਗ ਹਰਕਤਾਂ ਦੇ ਦੋਸ਼ ਵੀ ਲਾਏ ਨੇ।
ਐਲਾਨ ਕੀਤਾ ਕਿ ਹਰਿਆਣਾ ਕਮੇਟੀ ਦੇ ਪਹਿਲੇ ਇਜਲਾਸ ਦਾ ਅਸੀਂ ਤਿੱਖਾ ਵਿਰੋਧ ਕਰਾਂਗੇ। ਕੱਲ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਰਾਘਵ ਚੱਡਾ ਨੇ ਪੰਜਾਬ ਤੋਂ ਕੌਮਾਂਤਰੀ ਉਡਾਣਾਂ ਦਾ ਮੁੱਦਾ ਚੁੱਕਿਆ ਸੀ ਤਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਾ ਸਿੰਧੀਆ ਨੇ ਜਵਾਬ ਦੇ ਵਿੱਚ ਕਿਹਾ ਕਿ ਦੇਸ਼ ਦੇ ਵਿੱਚ ਹਵਾਈ ਉਡਾਣਾਂ ਦੇ ਵਿਸਤਾਰ 'ਚ ਪੰਜਾਬ ਨੂੰ ਤਰਜੀਹ ਦਿੱਤੀ ਜਾਏਗੀ। ਅੰਮ੍ਰਿਤਸਰ ਤੋਂ ਕਹਿੰਦੇ 33 ਤੇ ਚੰਡੀਗੜ੍ਹ ਤੋਂ 9 ਤੇ ਹਰੇਕ ਹਫ਼ਤੇ 42 ਕੌਮਾਂਤਰੀ ਉਡਾਣਾਂ ਨੇ ਜਿਹੜੀਆਂ ਟੋਟਲ ਉਹ ਪੰਜਾਬ ਤੋਂ ਜਾਂਦੀਆਂ ਨੇ। ਦੂਜੇ ਪਾਸੇ ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ਵੱਲੋਂ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਹੋਰ ਵਧੇਰੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਨਿਯਮਿਤ ਆਧਾਰ ਤੇ ਮੁੱਦਾ ਚੁੱਕਿਆ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਦੋਵੇਂ ਸ਼ਹਿਰ ਓਪਨ ਸਕਾਈ ਪਾਲਿਸੀ ਦੇ ਵਿੱਚ ਸ਼ਾਮਲ ਨਹੀਂ ਹਨ, ਜਿਸ ਕਰਕੇ ਕੌਮਾਂਤਰੀ ਉਡਾਣਾਂ ਸ਼ੁਰੂ ਹੋਣੀਆਂ ਮੁਸ਼ਕਿਲ ਹਨ ਤੇ ਹਵਾਈ ਸੇਵਾ ਆਵਾਜਾਈ ਸਮਝੌਤਿਆਂ ਤਹਿਤ ਸਿਰਫ 6 ਮਹਾਨਗਰਾਂ ਨੂੰ ਉਡਾਣਾਂ ਲਈ ਜੋੜਿਆ ਜਾ ਸਕਦਾ ਹੈ। ਇਸ ਆਧਾਰ ਤੇ ਅੰਮ੍ਰਿਤਸਰ ਤੇ ਚੰਡੀਗੜ੍ਹ ਦਾ ਤਾਂ ਨੰਬਰ ਹੀ ਨਹੀਂ ਆਉਂਦਾ। ਉਹਨਾਂ ਕੈਨੇਡਾ ਤੇ ਹੋਰ ਯੂਰਪੀਅਨ ਮੁਲਕਾਂ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਖਬਰਾਂ ਹੁਣ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਦੱਸ ਦਿੰਦੇ ਹਾਂ। ਗੱਲ ਕਰਾਂਗੇ ਉਸ ਖਬਰ ਦੀ ਜਿਸ ਦਾ ਜ਼ਿਕਰ ਸਾਰਾ ਦਿਨ ਚੱਲਦਾ ਰਿਹਾ। ਇਹ ਖਬਰ ਸੰਕੇਤ ਦਿੰਦੀ ਹੈ ਕਿ ਕਿਸਾਨ ਮੋਰਚੇ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਦਦਗਾਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਰਅਸਲ ਪੰਜਾਬ ਦੇ ਦੋ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਇੱਕੋ ਦਿਨ ਆਈਟੀ ਦੀ ਰਾਡਾਰ ਤੇ ਆ ਗਏ। ਪਤਾ ਲੱਗਿਆ ਕਿ ਕੰਵਰ ਗਰੇਵਾਲ ਦੇ ਮੋਹਾਲੀ ਦੇ ਸੈਕਟਰ 104 ਸਥਿਤ ਤਾਜ ਟਾਵਰ ਦੇ ਫਲੈਟ ਨੰਬਰ 102 ਦੇ ਵਿੱਚ ਇਨਕਮ ਟੈਕਸ ਦੇ ਅਧਿਕਾਰੀ ਛਾਪਾ ਮਾਰਨ ਪਹੁੰਚੇ। ਲਗਾਤਾਰ ਰੇਡ ਕੀਤੀ ਗਈ ਕਈ ਘੰਟਿਆਂ ਤੱਕ। ਦੂਸਰੇ ਪਾਸੇ ਰਣਜੀਤ ਬਾਵਾ ਦੇ ਨਾਲ ਜੁੜੀਆਂ 4 ਥਾਵਾਂ ਤੇ ਵੀ ਆਈਟੀ ਦੇ ਵੱਲੋਂ ਛਾਪੇ ਮਾਰੇ ਗਏ। ਕੰਵਰ ਗਰੇਵਾਲ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਖੂਬ ਹਿੱਸਾ ਲਿਆ ਸੀ। ਕੁਝ ਮਹੀਨੇ ਪਹਿਲਾਂ ਬੰਦੀ ਸਿੰਘਾਂ ਤੇ ਕੰਵਰ ਗਰੇਵਾਲ ਨੇ ਰਿਹਾਈ ਗੀਤ ਵੀ ਰਿਲੀਜ਼ ਕੀਤਾ ਸੀ, ਜਿਸ ਤੇ YouTube ਨੇ ਬੈਨ ਲਾ ਦਿੱਤਾ ਸੀ। ਸੂਤਰੇ ਵੀ ਦੱਸ ਰਹੇ ਕਿ ਗਰੇਵਾਲ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਨੋਟਿਸ ਵੀ ਭੇਜਿਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ, ਇਸ ਲਈ ਆਈਟੀ ਦੇ ਵੱਲੋਂ ਰੇਡ ਮਾਰੀ ਗਈ। ਛਾਪੇ ਦੌਰਾਨ CRPF ਦੇ ਜਵਾਨ ਵੀ ਮੌਜੂਦ ਰਹੇ। ਕੰਵਰ ਗਰੇਵਾਲ ਤੋਂ ਪੁੱਛ ਪੜਤਾਲ ਦੀ ਜਾਣਕਾਰੀ ਵੀ ਮਿਲੀ। ਸੂਤਰਾਂ ਮੁਤਾਬਿਕ ਗਾਇਕ ਦੇ ਕੋਲੋਂ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਦਖਲ ਅਤੇ ਕੁਝ ਗਾਇਕਾਂ ਦੇ ਨਾਲ ਕਥਿਤ ਸੰਬੰਧਾਂ ਤੇ ਉਹਨਾਂ ਨੂੰ ਮਿਲਦੀਆਂ ਧਮਕੀਆਂ ਸੰਬੰਧੀ ਸਵਾਲ ਕੀਤੇ ਗਏ। ਬਟਾਲਾ ਦੇ ਵਿੱਚ ਰਣਜੀਤ ਬਾਵਾ ਦੇ ਜਿਹੜੇ 4 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਗਿਆ। ਉਹਨਾਂ ਦੇ ਵਿੱਚ 2 ਘਰ ਬਾਵਾ ਦੇ ਬਟਾਲਾ ਵਾਲੇ ਸ਼ਾਮਲ ਸਨ। ਇੱਕ ਬਾਵਾ ਦੇ ਪੀਏ ਡਿਪਟੀ ਵੋਰਾ ਦਾ ਘਰ ਸ਼ਿਕੰਜੇ ਤੇ ਲਿਆ ਗਿਆ ਤੇ ਰਣਜੀਤ ਬਾਵਾ ਦੇ ਮੋਹਾਲੀ ਵਾਲੇ ਅਪਾਰਟਮੈਂਟ ਤੇ ਵੀ ਆਈਟੀ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਦਰਅਸਲ ਗਾਇਕਾਂ ਤੇ ਗੈਂਗਸਟਰਾਂ ਦੇ ਰਿਸ਼ਤੇ ਨੂੰ ਲੈ ਕੇ NIA ਵੀ ਜਾਂਚ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਹੋ ਸਕਦਾ ਹੈ ਕਿ ਆਈਟੀ ਵਿਭਾਗ ਦੇ ਵੱਲੋਂ ਗਾਇਕਾਂ ਦੀ ਫੰਡਿੰਗ ਤੇ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੋਵੇ। ਇਸ ਤੋਂ ਪਹਿਲਾਂ ਪੰਜਾਬੀ ਗਾਇਕਾਂ ਅਫਸਾਨਾ ਖਾਨ, ਜੈਨੀ ਜੌਲ, ਮਨਕੀ ਰਤੌਲਖ ਅਤੇ ਦਿਲਪ੍ਰੀਤ ਢਿੱਲੋਂ ਨੂੰ ਵੀ NIA ਨੇ ਪੁੱਛਗਿੱਛ ਦੇ ਲਈ ਸੱਦਿਆ ਸੀ। ਹੁਣ ਤੱਕ ਇਹ ਸਾਹਮਣੇ ਆ ਰਿਹਾ ਹੈ ਕਿ NIA ਨੇ ਉਹਨਾਂ ਸਾਰੇ ਗਾਇਕਾਂ ਦੀ ਸੂਚੀ ਬਣਾਈ ਹੈ ਜਿਨ੍ਹਾਂ ਤੇ ਉਹਨਾਂ ਨੂੰ ਗੈਂਗਸਟਰਾਂ ਦੇ ਨਾਲ ਰਿਸ਼ਤੇ ਹੋਣ ਦਾ ਸ਼ੱਕ ਹੈ। NIA ਨੇ ਕਈ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਅਜਿਹੇ ਕਈ ਗਾਇਕ ਨੇ ਜੋ ਗੈਂਗਸਟਰਾਂ ਦੀ ਬਲੈਕ ਮਨੀ ਨੂੰ ਵਾਈਟ ਦੇ ਵਿੱਚ ਬਦਲਦੇ ਨੇ। ਗੈਂਗਸਟਰਾਂ ਦੇ ਕਹਿਣ ਤੇ ਉਹ ਗਾਣੇ ਲਿਖਦੇ ਵੀ ਨੇ ਤੇ ਗਾਉਂਦੇ ਵੀ ਨੇ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਕਈ ਵਾਰੀ ਇਹ ਦਾਅਵਾ ਕਰ ਚੁੱਕੇ ਨੇ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਹੀ ਇਹੀ ਸੀ ਕਿ ਉਹ ਗੈਂਗਸਟਰਾਂ ਦੇ ਦਬਾਅ ਹੇਠਾਂ ਕੰਮ ਨਹੀਂ ਕਰਦਾ ਸੀ। ਇਹ ਵੀ ਇਲਜ਼ਾਮ ਲਾਇਆ ਗਿਆ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ। ਹੋ ਸਕਦਾ ਹੈ ਕਿ ਇਹਨਾਂ ਸਾਰੇ ਇਲਜ਼ਾਮਾਂ ਨੂੰ ਖੰਗਾਲਣ ਦੇ ਲਈ NIA ਨੇ ਆਪਣੀ ਜਾਂਚ ਦੇ ਵਿੱਚ ਇਨਕਮ ਟੈਕਸ ਵਿਭਾਗ ਨੂੰ ਵੀ ਸ਼ਾਮਿਲ ਕਰ ਲਿਆ ਹੋਵੇ, ਕਿਉਂਕਿ ਇਨਕਮ ਟੈਕਸ ਵਿਭਾਗ ਦੀ ਰਿਪੋਰਟ ਹੀ NIA ਦੀ ਜਾਂਚ ਨੂੰ ਅੱਗੇ ਵਧਾ ਸਕਦੀ ਹੈ। ਪਰ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਗਾਇਕਾਂ ਕਲਾਕਾਰਾਂ ਨੂੰ ਹੁਣ ਤੱਕ ਰਡਾਰ ਤੇ ਲਿਆ ਗਿਆ, ਉਹਨਾਂ ਦਾ ਕਿਰਦਾਰ ਕੀ ਹੈ, ਉਹਨਾਂ ਦੀ ਲਿਖਤ ਕਿਹੋ ਜਿਹੀ ਹੈ ਤੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਰਿਹਾ ਹੈ। ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਉੱਤੇ 19 ਦਸੰਬਰ ਨੂੰ ਛਾਪੇ ਮਾਰੇ ਗਏ ਨੇ, ਉਹਨਾਂ ਦੀ ਜੇ ਗੱਲ ਕਰ ਲਈਏ, ਪੰਜਾਬੀਅਤ ਦੇ ਲਈ ਸਦਾ ਖੜਦੇ ਨੇ। ਇਸੇ ਕਰਕੇ ਏਜੰਸੀਆਂ ਦੀ ਕਾਰਵਾਈ ਨੂੰ ਲੈ ਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਉੱਠ ਰਹੇ ਨੇ। ਇਸ ਤੋਂ ਪਹਿਲਾਂ 17 ਦਸੰਬਰ ਨੂੰ ਜਲੰਧਰ ਦੇ ਵਿੱਚ NRI ਸੰਮੇਲਨ ਹੋਇਆ ਸੀ, ਜਿਸ ਦੇ ਵਿੱਚ ਕਈ NRI ਪੰਜਾਬੀਆਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣਾ ਦੁੱਖੜਾ ਦੱਸਿਆ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਮਦਦ ਕਰਨ ਦੀ ਵਜ੍ਹਾ ਕਰਕੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਭਾਰਤ ਸਰਕਾਰ ਵੀਜ਼ਾ ਦੇਣ ਦੇ ਵਿੱਚ ਦੇਰੀ ਕਰ ਰਹੀ ਹੈ। ਤੇ ਪੰਜਾਬ ਤੋਂ ਹੀ ਇੱਕ ਹੋਰ ਵੱਡੀ ਖਬਰ ਵਿਜੀਲੈਂਸ ਦੇ ਛਾਪਿਆਂ ਦੇ ਨਾਲ ਜੁੜੀ ਹੋਈ ਆਈ। ਆਈਟੀ ਤੋਂ ਇਲਾਵਾ ਵਿਜੀਲੈਂਸ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਭਰਤਿੰਦਰ ਸਿੰਘ ਚਾਲ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਪੈਲੇਸ, ਮਾਲ, ਘਰ ਸਮੇਤ ਕਈ ਟਿਕਾਣਿਆਂ ਤੇ ਛਾਪੇ ਮਾਰੇ ਗਏ। ਜਾਣਕਾਰੀ ਮੁਤਾਬਿਕ ਭਰਤਿੰਦਰ ਸਿੰਘ ਚਾਲ ਦੀਆਂ ਕਈ ਜਾਇਦਾਦਾਂ ਨੇ ਜਿਨ੍ਹਾਂ ਤੇ ਵਿਜੀਲੈਂਸ ਵਿਭਾਗ ਦੀ ਨਜ਼ਰ ਸੀ ਤੇ ਹੁਣ ਇਹਨਾਂ ਸਾਰੀਆਂ ਤੇ ਵਿਭਾਗ ਦੇ ਵੱਲੋਂ ਸਕੈਨਿੰਗ ਯਾਨੀ ਕਿ ਗਿਣਤੀਆਂ ਮਿਣਤੀਆਂ ਚੱਲ ਰਹੀਆਂ ਨੇ। ਇਹ ਵੀ ਸਾਹਮਣੇ ਆਇਆ ਕਿ ਵਿਜੀਲੈਂਸ ਦੀ
ਇੱਕ ਟੀਮ ਉਹਨਾਂ ਦੇ ਸਰਹੰਦ ਵਿੱਚ ਬਣੇ 5 ਸਟਾਰ ਪੈਲੇਸ ਤੇ ਵੀ ਰੇਡ ਮਾਰਨ ਗਈ ਸੀ, ਪਰ ਉੱਥੇ ਜਿੰਦਰਾ ਲੱਗਿਆ ਹੋਣ ਕਰਕੇ ਟੀਮ ਵਾਪਸ ਆ ਗਈ। 2002 ਤੋਂ 2007 ਦੀ ਕੈਪਟਨ ਸਰਕਾਰ ਵੇਲੇ ਵੀ ਭਰਤਿੰਦਰ ਸਿੰਘ ਚਾਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸਨ ਤੇ ਕਈ ਵਾਰੀ ਵਿਵਾਦਾਂ ਦੇ ਵਿੱਚ ਘਿਰੇ ਰਹੇ। ਜਦੋਂ ਕੈਪਟਨ ਦੀ ਸਰਕਾਰ ਚਲੀ ਗਈ ਸੀ ਤਾਂ ਅਕਾਲੀ ਦਲ ਬੀਜੇਪੀ ਸਰਕਾਰ ਦੇ ਵਿੱਚ ਉਹਨਾਂ ਦੇ ਖਿਲਾਫ ਕਈ ਕੇਸ ਚਲਾਏ ਗਏ ਤੇ ਚਾਲ ਦੀ ਗ੍ਰਿਫਤਾਰੀ ਵੀ ਹੋਈ। ਕਈ ਮਹੀਨੇ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇ ਸਨ। ਸੋ ਭਰਤਿੰਦਰ ਸਿੰਘ ਚਾਲ ਨੂੰ ਵਿਜੀਲੈਂਸ ਦੀ ਟੀਮ ਹੈ ਜਿਹੜੀ ਉਹ ਨਿਸ਼ਾਨੇ ਤੇ ਲੈ ਰਹੀ ਹੈ ਤੇ ਆਈਟੀ ਹੈ ਜਿਹੜੀ ਆਈਟੀ ਇਨਕਮ ਟੈਕਸ ਵਿਭਾਗ ਹੈ ਜਿਹੜਾ ਉਹ ਪੰਜਾਬ ਦੇ ਗਾਇਕਾਂ ਦੇ ਘਰਾਂ ਦੇ ਉੱਤੇ ਰੇਡ ਕਰ ਰਿਹਾ ਹੈ। ਖਬਰ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਤੋਂ ਆ ਰਹੀ ਹੈ, ਜਿੱਥੇ ਪੁਲਿਸ ਦੀ ਤਾਨਾਸ਼ਾਹ ਕਾਰਵਾਈ ਤੋਂ ਬਾਅਦ ਸੰਘਰਸ਼ ਹੋਰ ਵੀ ਤਿੱਖਾ ਹੋ ਗਿਆ ਜਾਪਦਾ, ਪਰ ਪੁਲਿਸ ਦੀ ਕਾਰਵਾਈ ਵੀ ਨਾਲੋਂ ਨਾਲ ਤੇਜ਼ ਹੋ ਰਹੀ ਹੈ। ਵੱਡੀ ਅਪਡੇਟ ਇਹ ਹੈ ਕਿ ਮੋਰਚੇ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਫੜਿਆ ਜਾ ਰਿਹਾ ਹੈ। ਇਹ ਦਾਅਵਾ ਕੀਤਾ ਹੈ ਮੋਰਚੇ ਤੇ ਬੈਠੇ ਲੋਕਾਂ ਨੇ ਤੇ ਕਿਸਾਨ ਜਥੇਬੰਦੀਆਂ ਵੀ ਖੁੱਲੇ ਤੌਰ ਤੇ ਹੁਣ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਉਤਰ ਆਈਆਂ ਨੇ। ਐਤਵਾਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇਸ ਮੋਰਚੇ ਦੀ ਹਮਾਇਤ ਵਿੱਚ ਪਹੁੰਚ ਗਏ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜ਼ੀਰਾ ਮੋਰਚੇ ਤੋਂ ਫੜੇ ਗਏ ਆਗੂ ਛੱਡਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੰਦੋਲਨ ਖਿਲਾਫ ਭੁਗਤਣ ਦੀ ਬਜਾਏ ਸਰਕਾਰ ਨੂੰ ਮੰਗਾਂ ਹੱਲ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਚੇਤਾਵਨੀ ਦਿੰਦਿਆਂ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਅਜਿਹੇ ਹੁਕਮ ਤਾਨਾਸ਼ਾਹ ਜਾਰੀ ਕਰਦੇ ਸੀ, ਮਨੁੱਖੀ ਹੱਕਾਂ ਦਾ ਘਾਣ ਕਰਦੇ ਸੀ, ਪਰ ਹੁਣ ਇਹ ਕੰਮ ਸਰਕਾਰਾਂ ਖੁਦ ਹੀ ਕਰ ਦਿੰਦੀਆਂ ਨੇ। ਪਰ ਇਸ ਵਾਰੀ ਲੋਕ ਚੁੱਪ ਨਹੀਂ ਬੈਠਣਗੇ। ਪੰਧੇਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੋਰਚੇ ਤੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਇਸ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੀ ਇਹ ਅਪੀਲ ਸਾਰਿਆਂ ਨੂੰ ਕਰ ਚੁੱਕੇ ਨੇ। ਕਿਰਤੀ ਕਿਸਾਨ ਯੂਨੀਅਨ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਗੁਰਾਹਾਂ ਜਥੇਬੰਦੀ ਨੇ ਵੀ ਕਿਸਾਨਾਂ ਨੂੰ ਘਰਾਂ ਚੋਂ ਨਿਕਲਣ ਦਾ ਸੱਦਾ ਦਿੱਤਾ ਹੈ, ਜ਼ੀਰੇ ਪਹੁੰਚਣ ਦਾ ਸੱਦਾ ਦਿੱਤਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਿਹੜਾ ਸੰਘਰਸ਼ ਹੈ ਉਹ ਹੋਰ ਵੀ ਤਿੱਖਾ ਹੋ ਸਕਦਾ ਹੈ। ਲੋਕਾਂ ਨੂੰ ਕੁੱਟਣ ਚ ਕਾਮਯਾਬ ਰਹੀ, ਹੋਰਨਾਂ ਥਾਵਾਂ ਤੇ ਵੀ ਇਹ ਡਾਂਗ ਸੋਟਾ ਲੈ ਕੇ ਆਉਣਗੇ। ਤਾਂ ਇਸ ਕਰਕੇ ਜੀਰਾ ਫੈਕਟਰੀ ਮੋਰਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਆ। ਕੱਲ ਅਸੀਂ ਪੂਰੇ ਪੰਜਾਬ ਵਿੱਚ ਭਗਵੰਤ ਦੇ ਪੈਰਾਂ ਥੱਲੇ ਅੱਗ ਮਚਾਈ ਆ। ਸਾਡੇ ਕੋਈ ਤਕਰੀਬਨ ਸਾਰੇ ਸਾਡੇ ਹੀ ਨੇ ਕਿਸਾਨ ਮਜ਼ਦੂਰ, ਲਗਭਗ ਜਥੇਬੰਦੀ ਦੇ ਘੇਰੇ ਤੋਂ 13-14 ਆਗੂ ਗ੍ਰਿਫਤਾਰੀਆਂ ਹੋਈਆਂ ਨੇ। ਅੱਜ ਵੱਡੇ ਪੱਧਰ ਤੇ ਤੜਕਸਾਰ ਕਿਸਾਨਾਂ ਨੂੰ ਉੱਥੇ ਵਾੜਿਆ ਵਾ ਮੋਰਚੇ ਦੇ ਵਿੱਚ ਵੀ ਤਗੜੇ ਹੋ ਕੇ ਮੋਰਚੇ ਨੂੰ ਕਾਮਯਾਬ ਕਰੀਏ। ਇਹਦੇ ਬਾਵਜੂਦ ਕਿਉਂਕਿ ਪੂਰੇ ਪੰਜਾਬ ਵਿੱਚ 18 ਟੋਲ ਪਲਾਜ਼ਿਆਂ ਤੇ 9 ਡੀਸੀ ਦਫ਼ਤਰਾਂ ਵਿੱਚ ਮੋਰਚੇ ਲੱਗੇ ਹੋਏ ਆ। ਤਾਕਤ ਪੂਰੀ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ਰਤ ਆ। ਇਸ ਤਣਾਅ ਦਰਮਿਆਨ ਫਿਰੋਜ਼ਪੁਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਸੋਮਵਾਰ ਨੂੰ ਫਿਰ ਸਪਸ਼ਟੀਕਰਨ ਦਿੱਤਾ। ਵੱਡਾ ਦਾਅਵਾ ਕਰਦਿਆਂ ਐਸਐਸਪੀ ਨੇ ਕਿਹਾ ਕਿ ਕਿਸੇ ਨੂੰ ਵੀ ਧਰਨੇ ਵਾਲੀ ਥਾਂ ਤੇ ਜਾਣ ਤੋਂ ਰੋਕਿਆ ਹੀ ਨਹੀਂ ਜਾ ਰਿਹਾ, ਸਿਰਫ ਪੁਲਿਸ ਦਾ ਰਾਹ ਰੋਕਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ 46 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਸਾਰੀ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਤੇ ਹੋ ਰਹੀ ਹੈ। ਹੋਰ ਤਾਂ ਹੋਰ ਪੁਲਿਸ ਨੇ ਐਤਵਾਰ ਨੂੰ ਧਰਨਾਕਾਰੀਆਂ ਤੇ ਲਾਠੀ ਚਾਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ ਇਹ ਵੀ ਦੱਸਿਆ ਕਿ ਇਸ ਵਕਤ ਫੈਕਟਰੀ ਤੋਂ 300 ਮੀਟਰ ਘੇਰੇ ਦੇ ਅੰਦਰ ਦਫਾ 144 ਲਾਗੂ ਹੈ। ਜਿਹੜਾ ਵੀ ਮੇਨ ਧਰਨੇ ਵਿੱਚ ਜਿਹੜੀ ਪਬਲਿਕ ਜਾ ਰਹੀ ਹੈ ਉਹਨਾਂ ਲਈ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਹੈ। ਅਸੀਂ ਵੀਡੀਓ ਦੇ ਰਾਹੀਂ ਵੀ ਅਸੀਂ ਮੈਸੇਜ ਪਾਇਆ, ਅਸੀਂ ਆਲੇ ਦੁਆਲੇ ਦੇ ਪਿੰਡਾਂ 'ਚ ਅਨਾਉਂਸਮੈਂਟ ਵੀ ਕਰਾਈ ਹੈ ਤੇ ਇਹਦਾ ਸਬੂਤ ਵੀ ਇਹ ਹੈ ਕਿ ਕੱਲ ਧਰਨੇ ਵਿੱਚ 250 ਤੋਂ 300 ਦੇ ਉੱਪਰ ਲੋਕ ਸੀ। ਧਰਨੇ ਦੇ ਵਿੱਚੋਂ ਆਪ ਧਰਨਾਕਾਰੀਆਂ ਨੇ ਵੀਡੀਓਜ਼ ਵੀ ਫੇਸਬੁੱਕ ਤੇ ਵਾਇਰਲ ਕੀਤੀਆਂ ਸੀ ਕਿ ਲੋਕਾਂ ਦੀ ਉੱਥੇ ਪਹੁੰਚਣ 'ਚ ਕੋਈ ਰੁਕਾਵਟ ਨਹੀਂ ਹੈ। ਸਿਰਫ ਜਿਨ੍ਹਾਂ ਨੇ ਪੁਲਿਸ ਦੀ ਗੱਡੀਆਂ ਨੂੰ ਰੋਕਿਆ ਗਿਆ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਤੇ ਉਹ ਬੰਦੇ ਜਿਹੜੇ ਹੈ ਅਸੀਂ ਅਰੈਸਟ ਕਰਕੇ ਉਹਨਾਂ ਨੂੰ FIR ਉਹਨਾਂ ਤੇ ਬੁੱਕ ਕੀਤੀ ਹੈ ਕਿਉਂਕਿ ਪੁਲਿਸ ਦੀ ਡਿਊਟੀ 'ਚ ਉਹਨਾਂ ਨੇ ਵਿਘਨ ਪਾਇਆ ਸੀ। ਇਹ ਮੈਂ ਕਲੀਅਰ ਕਰਨਾ ਚਾਹੁੰਦੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੇ ਰੂਮਰ ਨਾ ਫੈਲਣ। ਸੋ ਇੱਕ ਪਾਸੇ ਜਿੱਥੇ ਪੁਲਿਸ ਲਾਠੀਚਾਰਜ ਤੋਂ ਇਨਕਾਰ ਕਰ ਰਹੀ ਹੈ, ਉੱਥੇ ਹੀ ਮੋਰਚੇ ਦੇ ਵਿੱਚ ਮੌਜੂਦ ਨੌਜਵਾਨ ਲੀਡਰ ਲੱਖਾ ਸਿੰਘ ਸਿਧਾਣਾ ਨੇ ਲਾਠੀਚਾਰਜ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਪੁਲਿਸ ਨੇ ਬਜ਼ੁਰਗਾਂ ਤੇ ਬੀਬੀਆਂ ਨੂੰ ਵੀ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ। ਲੱਖੇ ਨੇ ਭਾਵੁਕ ਅਪੀਲ ਕਰਦਿਆਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਬਚਾਉਣ ਦੇ ਲਈ ਇਸ ਮੋਰਚੇ ਵਿੱਚ ਡਟਣ ਦਾ ਵੀ ਸੱਦਾ ਦਿੱਤਾ ਤੇ ਕਿਹਾ ਕਿ ਜੇ ਹੁਣ ਨਾ ਅੜੇ ਤਾਂ ਪੰਜਾਬ ਬੰਜਰ ਹੋ ਜਾਏਗਾ। ਜੇ ਅੱਜ ਇੱਥੇ ਖੜ ਗਏ ਤਾਂ ਬਚ ਜਾਵਾਂਗੇ, ਨਹੀਂ ਤਾਂ ਜ਼ਹਿਰੀਲਾ ਪਾਣੀ ਪੀ ਕੇ ਕੈਂਸਰ ਨਾਲ ਤਾਂ ਮਰਨਾ ਹੀ ਹੈ। ਪ੍ਰਸ਼ਾਸਨ ਨੂੰ ਚੁਣੌਤੀ ਦਿੰਦਿਆਂ ਲੱਖੇ ਨੇ ਵੀ ਕਿਹਾ ਕਿ ਹੱਕ ਸੱਚ ਦੀ ਲੜਾਈ ਵਿੱਚ ਅਸੀਂ ਇੱਥੇ ਡਟ ਕੇ ਖੜੇ ਰਹਾਂਗੇ ਕਿਉਂਕਿ ਮਸਲਾ ਪੰਜਾਬ ਦੇ ਪਾਣੀਆਂ ਦਾ ਹੈ, ਪੰਜਾਬ ਦੀ ਹਵਾ ਦਾ ਹੈ। ਚੜ੍ਹਦੀ ਕਲਾ 'ਚ ਮੋਰਚਾ ਤੇ ਡਟੇ ਹੋਏ ਨੇ ਲੋਕ, ਸੰਗਤ ਡਟੀ ਹੋਈ ਹੈ ਕਿਉਂਕਿ ਮਸਲਾ ਬਹੁਤ ਗੰਭੀਰ ਆ। ਮਸਲਾ ਸਾਡੀ ਧਰਤੀ, ਸਾਡੇ ਪਾਣੀਆਂ, ਸਾਡੀਆਂ ਹਵਾਵਾਂ ਨੂੰ ਬਚਾਉਣ ਦਾ, ਸਾਡੀਆਂ ਨਸਲਾਂ ਨੂੰ ਬਚਾਉਣ ਦਾ, ਸਾਡੀਆਂ ਪੀੜ੍ਹੀਆਂ ਨੂੰ ਬਚਾਉਣ ਦਾ ਤੇ ਇਹਦੇ ਲਈ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਗੱਲ ਦਾ ਲੋਕਾਂ ਨੇ ਹਿੱਕਾਂ ਤਣ ਕੇ ਖੜ ਗਏ ਆ। ਬਥੇਰੀਆਂ ਟੋਕਾਂ ਲਾਈਆਂ ਇੱਥੇ ਪੁਲਿਸ ਨੇ, ਬੜੇ ਯਤਨ ਕੀਤੇ ਇਹਨੂੰ ਤਾਰ ਪਿੰਡੋ ਕਰਨ ਲਈ, ਇਹਨੂੰ ਖਤਮ ਕਰਨ ਦੇ ਲਈ।
ਪਰ ਪ੍ਰਮਾਤਮਾ ਦੀ ਰੱਬ ਦੀ ਕੋਈ ਬਖਸ਼ਿਸ਼ ਹੋਈ ਹੈ ਇਸ ਮੋਰਚੇ ਦੇ ਉੱਤੇ ਕਿ ਬਹੁਤ ਕੁਝ ਕਰਨ ਦੇ ਬਾਵਜੂਦ ਵੀ ਇਹ ਸਰਕਾਰ ਦੇ ਸਾਰੇ ਯਤਨ ਤੇ ਪ੍ਰਸ਼ਾਸਨ ਦੇ ਸਾਰੇ ਯਤਨ ਫੇਲ ਹੋਏ ਨੇ। ਰਾਤ ਹੀ ਬਥੇਰੇ ਚੜ ਕੇ ਆਉਂਦੇ ਸੀ, ਬਥੇਰੇ ਗੱਲਾਂ ਕਰਦੇ ਸੀ ਕਿ ਇਹ ਪਤਾ ਨਹੀਂ ਰਾਤ ਨੂੰ ਧੁੰਦ ਦਾ ਫਾਇਦਾ ਉਠਾ ਕੇ ਬਾਣਾ ਬੇਦੀ ਨਿਕਲ ਜਾਣਗੇ। ਸੋ ਇਹ ਭੁਲੇਖਾ ਇੱਕ ਤਾਂ ਕੱਢ ਦਿਓ ਕਿ ਰਾਹਾਂ ਵੇਚਦੀ ਆਇਆ ਤੇ ਤੁਹਾਡੇ ਸਾਹਮਣੇ ਰਾਹਾਂ ਵੇਚਦੀ ਜਾਵਾਂਗੇ, ਜਿੱਧਰ ਦੀ ਆਇਆ ਉਧਰ ਦੀ ਜਾਵਾਂਗੇ। ਬਾਣਾ ਬੇਦੀ ਭੱਜਣ ਵਾਲੇ ਹੁੰਦੇ ਤਾਂ ਇੱਥੇ ਡਰਦੇ ਨਹੀਂ ਸੀ। ਇਸ ਮੌਕੇ ਕੜਾਕੇ ਦੀ ਠੰਡ ਵਿੱਚ ਧਰਨੇ ਤੇ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਲੱਖੇ ਨੇ ਮੋਰਚੇ ਦੇ ਵਿੱਚ ਆਉਣ ਵਾਲੀ ਸੰਗਤ ਤੇ ਬੀਬੀਆਂ ਦੀ ਮਦਦ ਦੇ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮੂਹਰੇ ਆਉਣ ਦੀ ਅਪੀਲ ਕੀਤੀ। ਕੱਲ ਕੰਮ ਕੀਤਾ ਤੁਸੀਂ ਦੇਖ ਹੀ ਲਿਆ ਕਿ ਕਿਵੇਂ ਬੀਬੀਆਂ ਨੂੰ ਕੁੱਟਿਆ ਗਿਆ, ਕਿਵੇਂ ਬੀਬੀਆਂ ਨੂੰ ਘੜੀਸਿਆ ਗਿਆ, ਕਿਵੇਂ ਮੁਕੱਦਮੇ ਜੇਲਾਂ। ਕੱਲ 80 ਸਾਲ ਦੇ ਬਜ਼ੁਰਗਾਂ ਨੂੰ ਫੜ ਕੇ ਇਹਨਾਂ ਨੇ ਰਾਤ, ਕੱਲ ਦੀ ਗੱਲ ਕਰਦਾ ਮੈਂ, ਕੱਲ ਦਿਨ ਦੀ ਆਥਣ ਦੀ ਗੱਲ, ਕੱਲ ਦੁਪਹਿਰ ਦੀ ਗੱਲ, ਕਿਵੇਂ 80 ਸਾਲ ਦੇ ਬਜ਼ੁਰਗਾਂ ਨੂੰ, ਮਾਈਆਂ ਨੂੰ ਫੜ ਕੇ ਕਿਸੇ ਨੂੰ ਫਿਰੋਜ਼ਪੁਰ ਜੇਲ੍ਹ ਭੇਜਤਾ, ਕਿਸੇ ਨੂੰ ਮੁਕਤਸਰ ਭੇਜਤਾ, ਕਿਸੇ ਨੂੰ ਫਰੀਦਕੋਟ ਭੇਜਤਾ ਮੁਕੱਦਮੇ ਪਾ ਕੇ। ਪੰਜਾਬ ਦੇ ਵਿੱਚ ਰੇਤਾ ਬਜਰੀ ਦੀ ਸਰਕਾਰੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੀ ਸ਼ੁਰੂਆਤ ਕਰਵਾਈ ਹੈ। ਬੈਂਸ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ 90% ਨਜਾਇਜ਼ ਮਾਈਨਿੰਗ ਬੰਦ ਹੋ ਚੁੱਕੀ ਹੈ ਤੇ ਜਿਹੜਾ ਵੀ ਨਜਾਇਜ਼ ਮਾਈਨਿੰਗ ਕਰੇਗਾ ਉਸ ਨੂੰ ਜੇਲ੍ਹ 'ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਮੁਹਾਲੀ ਦੇ ਵਿੱਚ ਪਹਿਲਾ ਵਿਕਰੀ ਕੇਂਦਰ ਖੋਲ੍ਹ ਦਿੱਤਾ ਗਿਆ ਹੈ। ਇਸ ਵਿਕਰੀ ਕੇਂਦਰ ਦੀ ਸ਼ੁਰੂਆਤ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਹਰਜੋਤ ਬੈਂਸ ਨੇ ਦੱਸਿਆ ਕਿ ਮੁਹਾਲੀ ਵਿਚਲੇ ਇਸ ਕੇਂਦਰ ਤੇ ਸਰਕਾਰੀ ਰੇਟ ਤੇ ਲੋਕਾਂ ਨੂੰ ਰੇਤਾ ਤੇ ਬਜਰੀ ਮਿਲਿਆ ਕਰਨਗੇ। ਇਹਨਾਂ ਦੀ ਸਪਲਾਈ ਸਰਕਾਰੀ ਖੱਡਾਂ ਤੋਂ ਇਸ ਕੇਂਦਰ ਤੱਕ ਕੀਤੀ ਜਾਵੇਗੀ ਤੇ ਪੰਜਾਬ ਦੇ ਵਿੱਚ ਹੁਣ ਖੱਡ ਤੋਂ 9 ਰੁਪਏ ਤੇ ਕ੍ਰੈਸ਼ਰ ਤੋਂ 20 ਰੁਪਏ ਦੇ ਵਿੱਚ ਰੇਤਾ ਮਿਲੇਗਾ। ਰਾਤ ਨੂੰ ਮਾਈਨਿੰਗ ਕਰਨ ਤੇ ਟਿੱਪਰ ਮਾਲਕ ਤੇ 2 ਲੱਖ ਦਾ ਜੁਰਮਾਨਾ ਹੋਏਗਾ। ਜੁਰਮਾਨਾ ਨਾ ਭਰਨ ਤੇ ਟਿੱਪਰ ਨਿਲਾਮ ਕੀਤਾ ਜਾਏਗਾ। ਅੱਗੇ ਰੇਤ 15-16 ਰੁਪਏ ਤੇ ਬਜਰੀ 20 ਰੁਪਏ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਇਹ ਮੰਤਰੀ ਨੇ ਸਾਰੇ ਐਲਾਨ ਕੀਤੇ ਨੇ। ਦੋਨੋਂ ਆਪਸ਼ਨਸ ਹੈ ਜੀ। ਇੱਥੇ ਬਹੁਤ ਸਾਰੇ ਟਿੱਪਰ ਮਾਲਕ ਵੀ ਜਦੋਂ ਚੱਲ ਪਿਆ ਤਾਂ ਜਿਵੇਂ ਬਿਲਕੁਲ 에ਅਰਪੋਰਟ ਟਾਈਪ ਜਾਂ ਰੇਲਵੇ ਸਟੇਸ਼ਨ ਦੇ ਬਾਹਰ ਵਾਲਾ ਸਿਸਟਮ ਬਣ ਜਾਊਗਾ। ਕੋਈ ਆਪਣਾ ਲੈ ਕੇ ਆਣਾ ਚਾਹੁੰਦਾ ਉਹ ਵੀ ਲੈ ਲਵੇ। 3 ਜ਼ਿਲ੍ਹਿਆਂ ਦੀਆਂ ਬਣ ਚੁੱਕੀਆਂ, ਰੋਪੜ, ਪਠਾਨਕੋਟ ਤੇ ਫਾਜ਼ਿਲਕਾ। 3 ਜ਼ਿਲ੍ਹਿਆਂ ਦੀ ਬਣ ਚੁੱਕੀਆਂ। 6 ਦੀ ਪ੍ਰੋਸੈਸ ਹੈ। ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਜਦੋਂ ਇਹ ਵੀ 2-3 ਮਹੀਨੇ ਦੀ ਗੱਲ ਹੈ। ਰੇਤਾ ਤੁਹਾਨੂੰ ਅਸੀਂ 15 ਰੁਪਏ ਦੇਵਾਂਗੇ, ਬਜਰੀ 20 ਰੁਪਏ ਦੇਵਾਂਗੇ, ਪਰ ਇਹ ਹੁਣ ਮਜਬੂਰੀ 'ਚ, ਤਾਂ ਕਿ ਸਟੇਟ ਇੱਕਦਮ ਹੀ ਰੁਕੀ ਹੋਈ ਸੀ ਮਜਬੂਰੀ 'ਚ। 2-3 ਮਹੀਨੇ 'ਚ ਜਦੋਂ ਸਾਡੀ ਨਵੀਂ ਪਾਲਿਸੀ ਆ ਗਈ ਫਰਵਰੀ 23 ਤੋਂ ਬਾਅਦ ਤੇ ਜਦੋਂ ਸਾਡੀਆਂ ਆਪਣੀਆਂ ਖੱਡਾਂ ਚੱਲ ਪਈਆਂ ਤਾਂ ਤੁਹਾਨੂੰ ਪੰਜਾਬੀਆਂ ਨੂੰ ਅਸੀਂ 15-16 ਰੁਪਏ 'ਚ ਰੇਤਾ ਤੇ 20-22 ਰੁਪਏ 'ਚ ਬਜਰੀ ਪੂਰੇ ਪੰਜਾਬ ਸਪਲਾਈ ਕਰਾਂਗੇ। ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕੀ ਕੁਝ ਬੋਲੇ ਨੇ ਉਹਦੀ ਜਾਣਕਾਰੀ ਦੇ ਦਿੰਦੇ ਆ। ਸਭ ਤੋਂ ਪਹਿਲਾਂ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਰਾਜ ਸਭਾ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸੰਜੀਦਾ ਮਾਮਲਾ ਚੁੱਕਿਆ, ਗੰਭੀਰ ਮਾਮਲਾ ਚੁੱਕਿਆ। ਉਹਨਾਂ ਨੇ NCRB ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ 2017 ਤੋਂ 21 ਤੱਕ 53,000 ਕਿਸਾਨਾਂ ਅਤੇ ਮਜ਼ਦੂਰਾਂ ਨੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕੀਤੀਆਂ ਨੇ। ਇਹ 4 ਸਾਲਾਂ ਦੇ ਵਿੱਚ ਇੱਕ ਵੱਡਾ ਅੰਕੜਾ ਹੈ ਕਿਉਂਕਿ ਉਹਨਾਂ ਨੂੰ ਫਸਲਾਂ ਦੀ ਢੁਕਵੀਂ ਕੀਮਤ ਨਹੀਂ ਮਿਲਦੀ ਸੀ। ਨਾਲ ਦੀ ਨਾਲ ਕਾਰਨ ਵੀ ਉਹਨਾਂ ਨੇ ਦੱਸਿਆ ਹੈ। ਸੀਚੇਵਾਲ ਨੇ ਕਿਹਾ ਕਿ 2021 ਦੇ ਵਿੱਚ ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ ਉਹਨਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕੁਦਰਤੀ ਖੇਤੀ ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਕੋਲ ਖੇਤੀ ਯੋਗ ਰਕਬਾ ਸਿਰਫ 1.5% ਹੈ। ਦੇਸ਼ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਤੇ ਕੀਟਨਾਸ਼ਕਾਂ ਦਾ ਕੁੱਲ 9% ਹਿੱਸਾ ਸਿਰਫ ਪੰਜਾਬ ਵਰਤ ਰਿਹਾ ਹੈ। ਇਸ ਨਾਲ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਇਸ ਲਈ ਕੁਦਰਤੀ ਖੇਤੀ ਵੱਲ ਮੁੜਿਆ ਜਾਣਾ ਚਾਹੀਦਾ ਹੈ ਤੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਜਾਵੇ। ਇਸ ਸੰਬੰਧੀ ਕੇਂਦਰ ਸਰਕਾਰ ਠੋਸ ਨੀਤੀ ਵੀ ਬਣਾਵੇ। ਉਹਨਾਂ ਕਿਸਾਨੀ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣ ਲਈ ਕਾਰਪੋਰੇਟਾਂ ਦੀ ਤਰਜ਼ ਤੇ ਕਿਸਾਨੀ ਦੇ ਕਰਜ਼ੇ ਮਾਫ ਕਰਨ ਦੀ ਮੰਗ ਵੀ ਕੀਤੀ। ਹਾਲਾਂਕਿ ਇਹ ਵੀ ਕਾਫੀ ਚੁੰਝ ਚਰਚਾ ਕੀਤੀ ਜਾ ਰਹੀ ਹੈ ਕਿ ਸੰਤ ਬਲਵੀਰ ਸਿੰਘ ਸੀਚੇਵਾਲ, ਜਿਨ੍ਹਾਂ ਨੂੰ ਵਾਤਾਵਰਣ ਪ੍ਰੇਮੀ ਕਿਹਾ ਜਾਂਦਾ ਹੈ, ਵਾਤਾਵਰਣ ਦੇ ਵਿੱਚ ਅਹਿਮ ਯੋਗਦਾਨ ਪਾਉਂਦੇ ਨੇ, ਉਹਨਾਂ ਨੇ ਜ਼ੀਰੇ ਦੇ ਵਿੱਚ ਜਿਹੜੀ ਸ਼ਰਾਬ ਫੈਕਟਰੀ ਲੱਗੀ ਹੋਈ ਹੈ ਮਾਲਬਰੋਸ ਕੰਪਨੀ ਦੀ, ਉਸ ਦੇ ਨਾਲ ਜਿਹੜਾ ਲੋਕਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ, ਉਸ ਦਾ ਮੁੱਦਾ ਨਹੀਂ ਚੁੱਕਿਆ। ਵਾਤਾਵਰਣ ਦਾ ਪ੍ਰਦੂਸ਼ਣ ਦਾ ਮੁੱਦਾ ਸੀਚੇਵਾਲ ਨੇ ਨਹੀਂ ਚੁੱਕਿਆ। 2017 ਤੋਂ 2021 ਤੱਕ 53,000 ਗਰੀਬ ਕਿਸਾਨ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਕਿਉਂਕਿ ਉਹਨਾਂ ਦੀਆਂ ਫਸਲਾਂ ਦਾ ਸਹੀ ਭਾਅ ਨਹੀਂ ਮਿਲਿਆ। ਇਹ ਬੇਹੱਦ ਮੰਦਭਾਗਾ ਹੈ। ਅੱਜ ਤੱਕ ਕਿਸਾਨਾਂ ਨੂੰ ਹਰ ਫਸਲ ਦੇ ਉੱਤੇ MSP ਵੀ ਨਹੀਂ ਜਿਹੜਾ ਹੈ ਮਿਲ ਰਿਹਾ। ਸੋ ਇਸ ਵਾਸਤੇ ਅਜਿਹੇ ਹਾਲਾਤਾਂ ਵਿੱਚ ਸਾਡੇ ਦੇਸ਼ ਦੇ ਫਸਲਾਂ ਵਿੱਚ ਕਦੋਂ ਲਾਹੇਵੰਦ ਮੁੱਲ ਮਿਲੂਗਾ। 2021 ਵਿੱਚ ਕਿਸਾਨ ਅੰਦੋਲਨ ਸਮੇਂ ਜੋ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਸਨ ਉਹ ਅਜੇ ਤੱਕ ਪੂਰਾ ਨਹੀਂ ਕੀਤਾ। ਕਿਰਪਾ ਕਰਕੇ ਉਹ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਚੇਅਰਮੈਨ ਸਾਹਿਬ, ਪੰਜਾਬ
ਦੇਸ਼ ਦੇ ਅੰਨ ਭੰਡਾਰ ਵਿੱਚ ਇਹ 40% ਜਿਹੜਾ ਹੈ ਹਿੱਸਾ ਪਾ ਰਿਹਾ ਤੇ ਇਸ ਕਿਸੇ ਸਮੇਂ ਇਹ 67% ਯੋਗਦਾਨ ਪੰਜਾਬ ਦੇ ਅੰਨ ਭੰਡਾਰ ਵਿੱਚ ਰਿਹਾ। ਉਧਰ ਆਮ ਆਦਮੀ ਪਾਰਟੀ ਦੇ ਇੱਕ ਹੋਰ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵੀ ਰਾਜ ਸਭਾ 'ਚ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ਚੁੱਕੇ। ਪੰਜਾਬ ਤੋਂ ਕੌਮਾਂਤਰੀ ਕਨੈਕਟੀਵਿਟੀ ਯਾਨੀ ਕਿ 에ਅਰ ਕਨੈਕਟੀਵਿਟੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਤੇ ਮੋਹਾਲੀ ਤੋਂ ਕੋਈ ਕੌਮਾਂਤਰੀ ਉਡਾਣ ਨਹੀਂ ਹੈ। ਹਾਲਾਂਕਿ ਪੰਜਾਬੀ ਦੁਨੀਆ ਭਰ 'ਚ ਵਸਦੇ ਨੇ, ਪਰ ਅੰਤਰਰਾਸ਼ਟਰੀ ਹਵਾਈ ਅੱਡੇ ਪੰਜਾਬ 'ਚ ਸਿਰਫ ਨਾਮ ਦੇ ਹਨ। ਕੌਮਾਂਤਰੀ ਉਡਾਣਾਂ ਸ਼ੁਰੂ ਕੀਤੇ ਜਾਣ ਦੀ ਚੱਡਾ ਨੇ ਮੰਗ ਕੀਤੀ। ਲੁਧਿਆਣਾ ਤੇ ਆਦਮਪੁਰ ਦੇ ਵਿੱਚ ਬੰਦ ਪਏ ਹਵਾਈ ਅੱਡੇ ਚਾਲੂ ਕੀਤੇ ਜਾਣ ਦੀ ਵੀ ਮੰਗ ਕੀਤੀ। ਕਾਰਪੋਰੇਟ ਸੈਕਟਰਾਂ ਨੂੰ ਦਿੱਤੀਆਂ ਸਹੂਲਤਾਂ ਸੰਬੰਧੀ ਤਿੱਖੇ ਸਵਾਲ ਕੇਂਦਰ ਸਰਕਾਰ ਨੂੰ ਪੁੱਛਦਿਆਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਨਿਵੇਸ਼ ਵਧੂਗਾ ਕਾਰਪੋਰੇਟ ਸੈਕਟਰਾਂ ਨੂੰ ਦਿੱਤੀਆਂ ਸਹੂਲਤਾਂ ਦੇ ਨਾਲ, ਪਰ ਕੋਈ ਵਾਧਾ ਨਹੀਂ ਹੋਇਆ, ਸਗੋਂ ਘਾਟਾ ਹੀ ਹੋਇਆ। ਸਰਕਾਰ ਨੇ ਕਿਹਾ ਸੀ ਰੁਜ਼ਗਾਰ ਪੈਦਾ ਹੋਊਗਾ, ਪਰ ਕੋਈ ਫਰਕ ਨਹੀਂ ਪਿਆ। ਚੀਜ਼ਾਂ ਸਸਤੀਆਂ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ, ਪਰ ਮਹਿੰਗਾਈ ਦਰ 30 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ। ਰੁਪਈਏ ਦੀ ਡਿੱਗ ਰਹੀ ਕੀਮਤ ਨੂੰ ਭਾਰਤ ਦੀ ਅਰਥ ਵਿਵਸਥਾ ਨੂੰ ਲੱਗੀ ਹੋਈ ਬਿਮਾਰੀ ਦੱਸਿਆ ਅਤੇ ਇਹ ਵੀ ਜ਼ਿਕਰ ਕੀਤਾ ਕਿ 2014 ਦੇ ਵੇਲੇ $1 US ਡਾਲਰ 60 ਰੁਪਈਆਂ ਦਾ ਹੁੰਦਾ ਸੀ, ਪਰ ਅੱਜ 82 ਰੁਪਈਏ ਦਾ ਹੋ ਗਿਆ। ਰੁਪਈਆ ਇਸ ਕਦਰ ਕਮਜ਼ੋਰ ਹੋ ਗਿਆ। ਸੋ ਦੋਵਾਂ ਹੀ ਰਾਜ ਸਭਾ ਮੈਂਬਰਾਂ ਨੇ ਜ਼ੀਰਾ ਦਾ ਜਿਹੜਾ ਮਨਸੂਰਵਾਲ ਕਲਾਂ ਵਾਲਾ ਮੁੱਦਾ ਹੈ ਉਹ ਵੀ ਨਹੀਂ ਚੁੱਕਿਆ ਰਾਜ ਸਭਾ ਦੇ ਵਿੱਚ, ਅਤੇ ਨਾ ਹੀ ਜਿਹੜਾ ਹੈਗਾ ਲਤੀਫਪੁਰਾ ਦੇ ਵਿੱਚ ਉਜਾੜੇ ਹੋਏ ਲੋਕ ਨੇ ਉਹਨਾਂ ਦਾ ਮੁੱਦਾ ਚੁੱਕਿਆ। ਸੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੇ ਤਾਂ ਭਾਵੇਂ ਜ਼ੀਰਾ ਦੇ ਵਿੱਚ ਜੋ ਸ਼ਰਾਬ ਫੈਕਟਰੀ ਦਾ ਮੁੱਦਾ ਹੈ ਉਹ ਨਹੀਂ ਸਦਨਾਂ ਦੇ ਵਿੱਚ ਚੁੱਕਿਆ, ਪਰ ਕਾਂਗਰਸ ਦੇ ਇੱਕ MP ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ, ਉਹਨਾਂ ਨੇ ਜ਼ੀਰਾ ਦੇ ਵਿੱਚ ਮਾਲਬਰੋਸ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਦਾ ਜ਼ਿਕਰ ਲੋਕ ਸਭਾ ਦੇ ਵਿੱਚ ਕੀਤਾ। ਕਿਹਾ ਕਿ ਪੰਜਾਬ ਦੇ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਤੋਂ ਪੀੜਤ ਨੇ, ਮਰ ਰਹੇ ਨੇ, ਉਹਨਾਂ ਨੂੰ ਬਚਾ ਲਵੋ। ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਔਜਲਾ ਨੇ ਪੰਜਾਬ ਦੇ ਸੰਸਦ ਮੈਂਬਰਾਂ ਦੀ ਕੇਂਦਰੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਲੋਕ ਸਭਾ ਦੇ ਵਿੱਚ ਸਿਫਰ ਕਾਲ ਦੌਰਾਨ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਚੰਗੇ ਰਹਿਣ ਸਹਿਣ ਤੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ ਸੀ। ਔਜਲਾ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਦੇ ਨਾਲ ਮਰ ਰਹੇ ਨੇ। ਇੰਨਾ ਹੀ ਨਹੀਂ, ਉਹਨਾਂ ਨੇ ਇਹ ਵੀ ਦੱਸਿਆ ਕਿ ਲੁਧਿਆਣਾ, ਅੰਮ੍ਰਿਤਸਰ, ਗੜ੍ਹਸ਼ੰਕਰ ਹਰ ਪਾਸੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ। ਇਸ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ ਹੈ। ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰਾਂ ਜਸਵੀਰ ਸਿੰਘ ਡਿੰਪਾ ਅਤੇ ਅਮਰ ਸਿੰਘ ਨੇ ਵੀ ਔਜਲਾ ਦੀ ਵਕਾਲਤ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਹ ਪਾਣੀ ਪੀ ਕੇ ਲੋਕ ਮਰ ਰਹੇ ਨੇ, ਲਗਾਤਾਰ ਧਰਨਾ ਦੇ ਰਹੇ ਨੇ, ਪਰ ਕਿਸੇ ਦਾ ਧਿਆਨ ਉਸ ਚੀਜ਼ ਤੇ ਨਹੀਂ ਹੈਗਾ। ਅੱਜ ਉਹਨਾਂ ਦੇ ਪਰਚੇ ਕਰ ਦਿੱਤੇ ਗਏ ਆ, 200 ਤੋਂ ਵੱਧ ਬਜ਼ੁਰਗ, ਬੀਬੀਆਂ, ਬੱਚੇ ਅੰਦਰ ਜੇਲ੍ਹ 'ਚ ਡੱਕ ਦਿੱਤੇ ਗਏ ਆ। ਕਿੱਥੇ ਜਾਣਗੇ ਲੋਕ ਪੋਲੂਸ਼ਨ ਨਾਲ ਮਰ ਰਹੇ ਨੇ। ਇਹ ਹਾਲਾਤ ਕੱਲੇ ਫਿਰੋਜ਼ਪੁਰ ਦੀ ਨਹੀਂ, ਲੁਧਿਆਣੇ ਦੀ, ਅੰਮ੍ਰਿਤਸਰ ਦੀ, ਸਾਰੀ ਜਗ੍ਹਾ ਪਾਣੀ ਦੇ ਹਾਲਾਤ ਹੈ। ਅੱਜ ਇਹਨਾਂ ਨੂੰ ਪੁੱਛ ਲਓ ਗੜ੍ਹਸ਼ੰਕਰ ਦੀ। ਆ ਸਾਰੇ ਮੇਰੇ ਮੈਂਬਰ ਪਾਰਲੀਮੈਂਟ ਬੈਠੇ ਨੇ। ਸਪੀਕਰ ਸਾਹਿਬ, ਮੈਂ ਬੇਨਤੀ ਕਰਨੀ ਚਾਹੁੰਦਾ, ਪੰਜਾਬ ਵੱਡਾ ਨਾਂ ਆ ਗੁਰੂਆਂ ਦੇ ਨਾਂ ਕਰਕੇ, ਪਰ ਪੰਜਾਬ ਦੇ ਵਿੱਚ ਇਸ ਪੋਲੂਸ਼ਨ ਦੀ ਜੜ ਨੂੰ ਜੜ੍ਹਾਂ ਖਤਮ ਕਰਨ ਲਈ ਸਪੀਕਰ ਸਾਹਿਬ ਇੱਕ ਕਮੇਟੀ ਬਣਾਓ ਪਾਰਲੀਮੈਂਟ ਤੋਂ। ਕਮੇਟੀ ਜਾ ਕੇ ਵਿਜ਼ਿਟ ਕਰੇ ਔਰ ਉਸ ਕਮੇਟੀ ਦੇ ਵਿੱਚ ਸਾਰੇ ਮੈਂਬਰ ਪਾਰਲੀਮੈਂਟ ਸਾਡੇ ਪੰਜਾਬ ਦੇ ਰੱਖੋ, ਤਾਂ ਕਿ ਤੁਹਾਨੂੰ ਰਿਪੋਰਟ ਟੇਬਲ ਕਰ ਸਕੀਏ। ਇੱਥੇ ਤੁਸੀਂ ਸਟੈਂਡਿੰਗ ਕਮੇਟੀ ਭੇਜ ਸਕਦੇ ਜੋ ਤੇ ਤੁਸੀਂ ਸਰਕਾਰ ਨੂੰ ਕਹਿ ਕੇ ਪਲੀਜ਼ ਸਰ, ਪਲੀਜ਼ ਇਹ ਬੜਾ ਸਰ ਪਲੀਜ਼ ਇਹ ਬੜਾ ਇੰਪੋਰਟੈਂਟ ਮੁੱਦਾ ਹੈ। ਇਹ ਸਰਕਾਰ ਨੂੰ ਇਹਦੇ ਤੇ ਪੂਰਾ ਸੰਗਿਆਨ ਲੈ ਕੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਭਗ 1 ਸਾਲ ਬਾਅਦ ਵਿਦੇਸ਼ ਤੋਂ ਪਰਤ ਆਏ ਨੇ। ਉਮੀਦ ਹੈ ਕਿ ਚੰਨੀ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਿਲ ਹੋਣਗੇ। ਇਹ ਯਾਤਰਾ 10 ਜਨਵਰੀ ਦੇ ਨੇੜੇ-ਤੇੜੇ ਪੰਜਾਬ 'ਚ ਦਾਖਲ ਹੋਏਗੀ। ਭਾਵੇਂ ਚੰਨੀ ਪਿਛਲੇ ਹਫ਼ਤੇ ਭਾਰਤ ਪਰਤ ਆਏ ਸੀ, ਪਰ ਚੰਨੀ ਦੀਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਦਿੱਲੀ ਵਿੱਚ ਹੋਈਆਂ ਮੀਟਿੰਗਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ। ਸੂਤਰਾਂ ਮੁਤਾਬਿਕ ਚੰਨੀ ਨੂੰ ਪਾਰਟੀ 'ਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਅਗਲੇ ਦਿਨਾਂ ਦੇ ਵਿੱਚ ਇਹਨਾਂ ਦੇ ਪੰਜਾਬ ਪਰਤਣ ਦੀ ਸੰਭਾਵਨਾ ਹੈ। ਹਾਲਾਂਕਿ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਛਾਪੇ ਰੇਡ ਚੱਲ ਰਹੀਆਂ ਨੇ, ਸੂਤਰਾਂ ਮੁਤਾਬਕ ਵਿਜੀਲੈਂਸ ਬਿਊਰੋ ਦੀ ਕਾਰਵਾਈ ਕਰਕੇ ਸਾਬਕਾ ਮੁੱਖ ਮੰਤਰੀ ਦੀ ਚਿੰਤਾ ਵੱਧ ਸਕਦੀ ਹੈ। ਵਿਜੀਲੈਂਸ ਉਹਨਾਂ ਦੇ ਭਤੀਜੇ ਨਾਲ ਜੁੜੇ ਗੈਰ ਕਾਨੂੰਨੀ ਖਨਨ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਲਤੀਫਪੁਰਾ ਦੇ ਵਿੱਚ ਬੁਲਟ ਮੋਟਰਸਾਈਕਲ ਨਾਲ ਪਟਾਖੇ ਚਲਾਉਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਗਿਆ। ਲਤੀਫਪੁਰਾ ਨੇੜੇ 3 ਨੌਜਵਾਨ ਬੁਲਟ ਮੋਟਰਸਾਈਕਲ ਦੇ ਪਟਾਖੇ ਵਜਾ ਕੇ ਹੁੱਲੜਬਾਜ਼ੀ ਕਰ ਰਹੇ ਸਨ। ਜਦੋਂ ਪੁਲਿਸ ਨੇ ਰੋਕਿਆ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਮਾਹੌਲ ਗਰਮ ਹੋ ਗਿਆ ਤੇ ਨੌਜਵਾਨਾਂ ਨੇ ਪੁਲਿਸ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਇਹਨਾਂ ਨੂੰ ਥਾਣੇ ਲਿਜਾਣ ਦੇ ਲਈ ਕਾਰ 'ਚ ਬਿਠਾ ਰਹੀ ਸੀ ਤਾਂ ਦੋਵਾਂ ਧਿਰਾਂ ਦੀ ਫੇਰ ਝੜਪ ਹੋ ਗਈ।
ਹੋਏ ਤਿੰਨੇ ਨੌਜਵਾਨ ਬੋਲੇ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਤੇ ਲਤੀਫਪੁਰਾ ਰੋਡ ਤੇ ਹੰਗਾਮਾ ਕਰ ਰਹੇ ਸਨ ਤੇ ਤਿੰਨਾਂ ਨੂੰ ਰਾਉਂਡ ਅਪ ਕਰਕੇ ਜਾਂਚ ਦੇ ਲਈ ਥਾਣੇ ਲਿਜਾਇਆ ਗਿਆ। 1984 ਸਿੱਖ ਨਸਲਕੁਸ਼ੀ ਦੇ ਵਿੱਚ ਮੁੱਖ ਮੁਲਜ਼ਮ ਵਜੋਂ ਸਮਝੇ ਜਾਂਦੇ ਜਗਦੀਸ਼ ਟਾਈਟਲਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਟਾਈਟਲਰ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਪਰਚਾ ਨਹੀਂ ਹੈ, ਦਾਅਵਾ ਕੀਤਾ। ਕਹਿੰਦੇ ਮੈਨੂੰ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ ਤੇ ਲੋਕ ਸਿੱਖ ਕਤਲੇਆਮ ਨੂੰ ਲੈ ਕੇ ਸਿਰਫ ਸਿਆਸਤ ਕਰ ਰਹੇ ਨੇ। ਦਰਅਸਲ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸੋਮਵਾਰ ਨੂੰ ਯਾਨੀ ਕਿ 19 ਦਸੰਬਰ ਨੂੰ ਦਿੱਲੀ ਦਫ਼ਤਰ ਦੇ ਵਿੱਚ ਪਾਰਟੀ ਦੀ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਦੇ ਵਿੱਚ ਟਾਈਟਲਰ ਵੀ ਪਹੁੰਚਿਆ ਸੀ ਤੇ ਇਸ ਮੌਕੇ ਜਦੋਂ ਟਾਈਟਲਰ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਟਾਈਟਲਰ ਨੇ ਕਿਹਾ ਸਿੱਖ ਕਤਲੇਆਮ ਨੂੰ ਲੈ ਕੇ ਜਿਹੜਾ ਸਵਾਲ ਪੁੱਛਿਆ ਗਿਆ ਕਿ ਮੇਰੇ ਵਿਰੁੱਧ ਕੋਈ ਪਰਚਾ ਹੈ, ਸੀਬੀਆਈ ਨੇ ਮੈਨੂੰ ਹਰੀ ਝੰਡੀ ਦੇ ਦਿੱਤੀ ਹੈ, ਕੁਝ ਲੋਕ ਸਿਰਫ ਸਿਆਸਤ ਕਰ ਰਹੇ ਨੇ ਤੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਮੈਂ ਸ਼ਾਮਿਲ ਹੋਵਾਂਗਾ ਤੇ ਆਖਰੀ ਸਾਹ ਤੱਕ ਪਾਰਟੀ ਦੇ ਨਾਲ ਰਹਾਂਗਾ। ਸੋ ਜਦੋਂ ਵੀ ਟਾਈਟਲਰ ਆਪਣੀ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਤਾਂ ਉਹ ਖਬਰ ਹੈ ਜਿਹੜੀ ਉਹ ਕੌਮੀ ਪੱਧਰ ਦੀ ਖਬਰ ਬਣਦੀ ਰਹੀ ਹੈ ਤੇ ਇਸ ਦਾ ਸਿੱਖ ਲੀਡਰ ਅਤੇ ਸਿੱਖ ਭਾਈਚਾਰਾ ਹਮੇਸ਼ਾ ਵਿਰੋਧ ਕਰਦਾ ਰਿਹਾ ਤੇ ਕਾਂਗਰਸ ਪਾਰਟੀ ਕਤਲੇਆਮ ਦੇ ਇਲਜ਼ਾਮਾਂ ਦੇ ਵਿੱਚ ਘਿਰਦੀ ਰਹੀ ਹੈ। ਭਾਰਤ ਜੋੜੋ ਯਾਤਰਾ ਦੇ ਵਿੱਚ ਜੇ ਟਾਈਟਲਰ ਹੁਣ ਸ਼ਾਮਿਲ ਹੋਵੇਗਾ ਫਿਰ ਵੀ ਕਾਂਗਰਸ ਪਾਰਟੀ ਦੀ ਨੀਅਤ ਦੇ ਉੱਤੇ ਸਵਾਲ ਤਾਂ ਜ਼ਰੂਰ ਉੱਠਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੇਨਈ ਦੌਰੇ ਤੇ ਪਹੁੰਚੇ ਹੋਏ ਹਨ। ਇਸ ਮੌਕੇ ਉਹਨਾਂ ਨੇ ANI ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ 23 ਤੇ 24 ਫਰਵਰੀ ਨੂੰ 2023 ਆਉਂਦੇ ਸਾਲ ਦੇ ਵਿੱਚ ਇਨਵੈਸਟਮੈਂਟ ਮੀਟ ਕਰਵਾਈ ਜਾ ਰਹੀ ਹੈ, ਜਿਸ ਵਿੱਚ ਨਿਵੇਸ਼ਕਾਂ ਨੂੰ ਸੱਦਣ ਦੇ ਉਦੇਸ਼ ਦੇ ਨਾਲ ਇਹ ਦੌਰਾ ਕੀਤਾ ਜਾ ਰਿਹਾ ਹੈ। ਚੇਨਈ ਦਾ ਜਿਹੜਾ ਦੌਰਾ ਹੈ ਪੰਜਾਬ ਨੂੰ ਇੰਡਸਟਰੀ ਹੱਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਵਿਦੇਸ਼ੀ ਕੰਪਨੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰ ਰਹੀਆਂ ਨੇ। ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਨੇ ਚੇਨਈ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਕੰਪਨੀਆਂ ਦੇ ਨਿਵੇਸ਼ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਕੰਮ ਵਾਲੇ ਪਾਸੇ ਲੱਗ ਕੇ ਉਹ ਨਸ਼ਿਆਂ ਤੋਂ ਬਚੇ ਰਹਿਣਗੇ। ਇਸ ਤੋਂ ਇਲਾਵਾ ਕਹਿੰਦੇ ਦੇਸੀ ਕੰਪਨੀਆਂ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਉਤਸ਼ਾਹਿਤ ਕਰ ਰਹੇ ਹਾਂ ਤੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਹੁਣ ਉਹ ਪੰਜਾਬ ਨਹੀਂ ਰਿਹਾ ਜੋ ਇੱਕ ਪਰਿਵਾਰ ਦੇ ਹੱਥ ਹੁੰਦਾ ਸੀ, ਇਹ ਹੁਣ ਪੰਜਾਬੀਆਂ ਦੇ ਹੱਥ ਵਿੱਚ ਆ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਲੁੱਟ ਦੀ ਇੱਕ ਵੱਡੀ ਘਟਨਾ ਵਾਪਰੀ ਹੈ। 2 ਹਥਿਆਰਬੰਦ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟ ਲਿਆ। ਪਤਾ ਲੱਗਿਆ ਕਿ 18 ਲੱਖ ਰੁਪਏ ਲੁੱਟ ਕੇ ਦਿਨ ਦਿਹਾੜੇ ਫਰਾਰ ਹੋ ਗਏ ਨੇ। ਪੁਲਿਸ ਮੌਕੇ ਤੇ ਪਹੁੰਚੀ ਹੈ। ਬੈਂਕ 'ਚ ਮੌਜੂਦ ਜਿਹੜੇ ਕਰਮਚਾਰੀ ਨੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ। ਘਟਨਾ ਅੰਮ੍ਰਿਤਸਰ ਅਧੀਨ ਪੈਂਦੇ ਇਲਾਕੇ ਕੱਥੂ ਨੰਗਲ ਦੀ ਹੈ। ਇੱਥੇ ਪੰਜਾਬ ਨੈਸ਼ਨਲ ਬੈਂਕ ਦੇ ਅੰਦਰ 2 ਨੌਜਵਾਨ ਹਥਿਆਰ ਲੈ ਕੇ ਦਾਖਲ ਹੋਏ। ਮੁਲਾਜ਼ਮਾਂ ਨੂੰ ਬੰਦਕ ਬਣਾ ਲਿਆ। ਸਾਰਿਆਂ ਦੇ ਮੋਬਾਈਲ ਵੀ ਇੱਕ ਪਾਸੇ ਰੱਖ ਲਏ। ਬੈਂਕ ਵਿੱਚ ਰੱਖੀ ਨਗਦੀ ਖੋਹ ਕੇ ਲੈ ਗਏ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੋਂ ਕੱਥੂ ਨੰਗਲ ਥਾਣਾ ਮਹਿਜ਼ 300 ਮੀਟਰ ਦੀ ਦੂਰੀ ਤੇ ਹੈ। ਪੁਲਿਸ ਇੰਨੀ ਨੇੜੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਕੋਈ ਨਵੀਂ ਗੱਲ ਨਹੀਂ ਹੈ। ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਤੇ ਪਤਾ ਲੱਗਿਆ ਕਿ ਦੋਵੇਂ ਲੁਟੇਰੇ ਐਕਟਿਵਾ ਤੇ ਆਏ ਸਨ। ਡੇਰਾ ਬਿਆਸ ਤੋਂ ਜੰਮੂ ਜਾ ਰਹੀ ਸੰਗਤ ਨਾਲ ਭਰੀ ਬੱਸ ਗੁਰਦਾਸਪੁਰ ਬੱਬੇਹਾਲੀ ਮੋੜ ਤੇ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਈ, ਖੇਤਾਂ ਦੇ ਵਿੱਚ ਲੈ ਗਈ। ਹਾਲਾਂਕਿ ਇਸ ਹਾਦਸੇ ਵਿੱਚ ਬੱਸ ਦੇ ਵਿੱਚ ਬੈਠੀ ਸੰਗਤ ਵਿੱਚੋਂ ਕਈਆਂ ਦੇ ਮਾਮੂਲੀ ਸੱਟਾਂ ਵੱਜੀਆਂ ਪਰ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਵਿੱਚ ਬੱਸ ਦੇ ਡਰਾਈਵਰ ਦੇ ਵੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਕਤਰ ਦੇ ਵਿੱਚ ਫੀਫਾ ਵਿਸ਼ਵ ਕੱਪ ਜਿਹੜਾ ਹੋਇਆ ਉਸ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਤੇ ਐਤਕੀ ਵਿਸ਼ਵ ਕੱਪ ਹੈ ਜਿਹੜਾ ਇਤਿਹਾਸਿਕ ਵੀ ਹੋ ਨਿਬੜਿਆ ਹੈ। ਫਰਾਂਸ ਨੂੰ ਹਰਾਇਆ ਗਿਆ ਅਰਜਨਟੀਨਾ ਦੇ ਵੱਲੋਂ। ਹਾਲਾਂਕਿ ਜਿੱਤ ਅਰਜਨਟੀਨਾ ਦੀ ਹੋਈ ਹੈ ਪਰ ਫਰਾਂਸ ਦਾ ਜਿਹੜਾ ਇੱਕ ਖਿਡਾਰੀ ਹੈ ਉਸ ਨੇ ਵੀ ਇਤਿਹਾਸ ਰਚ ਦਿੱਤਾ, ਆਪਣੇ ਨਾਮ ਇੱਕ ਵੱਡਾ ਰਿਕਾਰਡ ਕੀਤਾ ਹੈ। ਸੋ ਅਰਜਨਟੀਨਾ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਫਰਾਂਸ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਹੰਗਾਮਾ ਵੀ ਕੀਤਾ। ਕੁਝ ਪ੍ਰਸ਼ੰਸਕ ਇਹੋ ਜਿਹੇ ਹੁੰਦੇ ਹੀ ਨਹੀਂ ਹਰੇਕ ਮੁਲਕ ਦੇ ਵਿੱਚ। ਫੁੱਟਬਾਲ ਪ੍ਰਸ਼ੰਸਕ ਲਿਓਨ ਨਾਈਸ ਅਤੇ ਰਾਜਧਾਨੀ ਪੈਰਿਸ ਦੀਆਂ ਸੜਕਾਂ ਤੇ ਉਤਰੇ, ਭੰਨਤੋੜ ਕੀਤੀ, ਅੱਗਜ਼ਨੀ ਵੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਹੰਗਾਮਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਅਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ। ਦ ਸਨ ਨੇ ਰਿਪੋਰਟ ਦਿੱਤੀ ਹੈ ਜਿਸ ਦੇ ਮੁਤਾਬਿਕ ਦੰਗਾ ਕੰਟਰੋਲ ਵਾਹਨਾਂ ਨੇ ਪੈਰਿਸ ਦੇ ਮਸ਼ਹੂਰ ਚੈਂਪ ਐਲਸੀਜ਼ ਤੇ ਪ੍ਰਸ਼ੰਸਕਾਂ ਦੇ ਨਾਲ ਜਿਹੜੀ ਝੜਪ ਵੀ ਕੀਤੀ ਕਿਉਂਕਿ ਇੱਕ ਤਣਾਅਪੂਰਨ ਮਾਹੌਲ ਹੋਣ ਤੋਂ ਬਾਅਦ ਅੱਗ ਦੀਆਂ ਲਪਟਾਂ ਇੱਥੇ ਨਿਕਲੀਆਂ ਤੇ ਆਤਿਸ਼ਬਾਜ਼ੀਆਂ ਅਸਮਾਨ ਦੇ ਵਿੱਚ ਛੱਡੀਆਂ ਗਈਆਂ। ਇਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਉਹ ਗੁੱਸੇ ਦੇ ਵਿੱਚ ਕੀਤਾ ਗਿਆ ਕਿ ਫਰਾਂਸ ਹਾਰ ਕਿਉਂ ਗਿਆ। ਹਾਲਾਂਕਿ ਇਹ ਮੈਚ ਬਹੁਤ ਹੀ ਦਿਲਚਸਪ ਰਿਹਾ, ਬਹੁਤ ਹੀ ਰੋਮਾਂਚਕ ਮੈਚ ਰਿਹਾ ਹੈ। ਇੱਕ ਸ਼ਾਨਦਾਰ ਜਿਹੜੀ ਖੇਡ ਉਹ ਦਿਖਾਈ ਗਈ ਹੈ ਦੋਵੇਂ ਪਾਸਿਆਂ ਦੇ ਖਿਡਾਰੀਆਂ ਦੇ ਵੱਲੋਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।